ਨੂਰ ਅਰਸ਼ਹੋਂ ਕੁਰਸ਼ਹੋਂ ਝੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ, ਤੁਧ ਡਿਠੈ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀਓ। ਮਹੱਲਾ ਤੀਜਾ। ਹਉ ਮੈਂ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਹਉ ਮੈਂ ਵੱਡਾ ਰੋਗ ਹੈ, ਮਰ ਜੰਮੈ ਆਵੈ ਜਾਏ। ਹਉ ਮੈਂ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਹਉ ਮੈਂ ਵੱਡਾ ਰੋਗ ਹੈ, ਮਰ ਜੰਮੈ ਆਵੈ ਜਾਏ। ਜਿਨ ਕਉ ਪੂਰਬ ਲਿਖਿਆ, ਤਿਨਾ ਸਤਿਗੁਰ ਮਿਲਿਆ ਪ੍ਰਭ ਆਏ। ਨਾਨਕ ਗੁਰ ਪ੍ਰਸਾਦੀ ਉਬਰੇ, ਹਉ ਮੈਂ ਸ਼ਬਦ ਜਲਾਏ। ਜਿਨ ਕਉ ਪੂਰਬ ਲਿਖਿਆ, ਤਿਨਾ ਸਤਿਗੁਰ ਮਿਲਿਆ ਪ੍ਰਭ ਆਏ। ਨਾਨਕ ਗੁਰ ਪ੍ਰਸਾਦੀ ਉਬਰੇ, ਹਉ ਮੈਂ ਸ਼ਬਦ ਜਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਿਸ਼ ਕਰਨਾ। ਇੱਕ ਵਾਰ ਆਸੀਸ ਦਿੰਦੇ ਆ, ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਇਆ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸਾਹਿਬ ਨੇ ਰਹਿਮਤ ਕੀਤੀ, ਸਾਡੇ ਵਾਸਤੇ ਬਖਸ਼ਿਸ਼ ਦਾ ਦਰ ਖੁੱਲ੍ਹਿਆ, ਉਪਦੇਸ਼ ਮਿਲਿਆ। ਐਸੋ ਗੁਣ ਮੇਰੇ ਪ੍ਰਭ ਜੀ ਕੀਨ। ਮੇਰੇ ਗੁਰਦੇਵ ਨੇ ਮੇਰੇ ਤੇ ਇਹ ਕਿਰਪਾ ਕੀਤੀ। ਪੰਚ ਦੋਖ ਅਰ ਆਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਤੇ ਗੁਰਦੇਵ ਕਰਤਾ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕੇ ਮੇਰੇ ਅੰਦਰ ਦਾ ਸ਼ੁੱਧੀਕਰਨ ਹੋ ਗਿਆ। ਮੇਰੇ ਅੰਦਰ ਦੇ ਪੰਚ ਦੋਖ, ਵਿਕਾਰ, ਹਉਮੈ ਦਾ ਰੋਗ, ਸਭ ਤੋਂ ਵੱਡੀ ਗੱਲ ਆਹੰਗ ਰੋਗ ਮਿਟ ਗਿਆ।
ਇਹ ਸਾਰਿਆਂ 'ਤੇ ਸਾਡੇ ਨੂੰ ਦ੍ਰਿੜ ਵਿਸ਼ਵਾਸ ਹੋ ਜੇ। ਗੁਰਦੇਵ ਕਿਰਪਾ ਕਰਨ ਅਸੀਂ ਇਸ ਵਿਸ਼ਵਾਸ ਨੂੰ ਜੀ ਸਕੀਏ ਔਰ ਇਹ ਜਾਣਕਾਰੀ ਵੀ ਸਾਡੇ ਹਿਰਦਿਆਂ 'ਚ ਟਿਕੀ ਰਹੇ ਕਿ ਸਭ ਤੋਂ ਵੱਡਾ ਰੋਗ ਹਉਮੈ ਦਾ ਮੰਨਿਆ ਗਿਆ ਹੈ ਅਤੇ ਹਉਮੈ ਦੇ ਰੋਗ ਦਾ ਹੀ ਬਹੁਤ ਬਾਰੀਕ ਸੂਖਸ਼ਮ ਜਿਹਾ ਸਰੂਪ ਹੁੰਦਾ ਹੈ, ਜਿਹਨੂੰ ਗੁਰਬਾਣੀ 'ਚ ਅਹੰ ਕਹਿੰਦੇ ਨੇ। ਅਹੰ ਦਾ ਆਖਰੀ ਅਰਥ ਅਸੀਂ ਅਹੰਕਾਰ ਕਰ ਲੈਂਦੇ ਹਾਂ, ਪਰ ਜਿਵੇਂ ਹਉਮੈ ਅਹੰਕਾਰ ਤੋਂ ਥੋੜ੍ਹਾ ਜਿਹਾ ਸਾਈਡ 'ਤੇ ਹੁੰਦੀ ਹੈ, ਵੱਖਰੀ ਹੁੰਦੀ ਹੈ। ਅਹੰਕਾਰ ਸ਼ਕਤੀ ਦਾ ਹੈ, ਤਾਕਤ ਦਾ ਹੈ, ਧਨ ਦਾ, ਜੋਬਨ ਦਾ, ਵਿਦਿਆ ਦਾ। ਅਹੰਕਾਰ ਤਾਂ ਇਹਨਾਂ ਦਾ ਹੈ ਨਾ। ਕਈ ਵਾਰ ਦੇਖਿਆ ਕਿਸੇ ਵਿਅਕਤੀ ਕੋ ਤਾਕਤ ਨਹੀਂ ਹੈ, ਤਦ ਵੀ ਦੀ ਹਉਮੈ ਬੜੀ ਪ੍ਰਬਲ ਹੋ ਸਕਦੀ ਹੈ। ਅਹੰ ਬਹੁਤ ਪ੍ਰਬਲ ਹੁੰਦਾ ਹੈ। ਇਹ ਚੰਗੇ ਗੁਣਾਂ ਦਾ ਵੀ ਹੋ ਜਾਂਦਾ ਹੈ, ਸ਼ੁਭ ਗੁਣਾਂ ਦਾ, ਆਪਣੇ ਆਪ ਨੂੰ ਪ੍ਰਪੱਕ ਮੰਨਣ ਦਾ ਅਹੰਕ ਹੋ ਜਾਂਦਾ ਹੈ। ਔਰ ਇਸੇ ਕਰਕੇ ਗੁਰੂ ਪਾਤਸ਼ਾਹ ਨੇ ਇਸ ਨੂੰ ਰੋਗ ਕਿਹਾ ਹੈ ਔਰ ਬੜਾ ਖਤਰਨਾਕ ਰੋਗ ਕਿਹਾ ਹੈ। ਗੁਰਦੇਵ ਕਿਰਪਾ ਕਰਨ ਅਸੀਂ ਗੱਲ ਸਮਝਦੇ ਰਹੀਏ ਕਿ ਅਸਾਂ ਨੇ ਇੱਥੇ ਇਸ ਚੀਜ਼ ਤੋਂ ਬਚਣਾ ਹੈ। ਅਸੀਂ ਬਾਹਰਲੇ ਤਮਾਮ ਸਾਧਨ ਵਰਤਦੇ ਹਾਂ, ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਇੱਕ ਦੂਜੇ ਦੇ ਬਾਰੇ, ਪਰ ਜ਼ਰੂਰਤ ਹੈ ਅਸੀਂ ਆਪਣੇ ਅੰਦਰ ਝਾਤ ਪਾ ਕੇ ਦੇਖੀਏ, ਅਸੀਂ ਆਪਣੇ ਆਪ ਨੂੰ ਸਵੀਕਾਰ ਕਰ ਸਕੀਏ ਕਿ ਮੇਰੇ ਅੰਦਰ ਵੀ ਆਹੰਗ ਰੋਗ ਹੈ। ਅਤੇ ਭਾਈ ਸਾਡੇ 'ਚੋਂ ਕੋਈ ਨਹੀਂ ਬਚਿਆ ਜਿਹ 'ਚ ਆਹੰਗ ਰੋਗ ਨਾ ਹੋਵੇ। ਕੇਵਲ ਜਿਹਨੂੰ ਅਸੀਂ ਗੁਰਮੁਖ ਕਹਿੰਦੇ ਹਾਂ, ਜੋ ਗੁਰਬਾਣੀ ਵਿੱਚ ਗੁਰਮੁਖ ਜਿਨ੍ਹਾਂ ਦਾ ਲਕਬ ਹੈ, ਉਹ ਗੁਰਮੁਖ ਸੰਤ ਭਗਤ ਹੀ ਹਉਮੈ ਦੇ ਰੋਗ ਤੋਂ ਬਚੇ ਨੇ। ਬਾਕੀ ਇੱਥੇ ਤਾਂ ਬੜਾ ਸਪਸ਼ਟ ਬਚਨ ਆਪਣੇ ਬੜਾ ਹਉਮੈ ਰੋਗ ਮਾਨੁਖ ਕੋ ਦੀਨਾ। ਇਹ ਸਾਡੇ 'ਚ ਹਉਮੈ ਰੋਗ ਸਾਰਿਆਂ ਨੂੰ ਮਿਲਿਆ ਹੋਇਆ। ਮੈਂ ਹਾਂ, ਮੇਰੀ ਵੀ ਕੋਈ ਹੋਂਦ ਹੈ, ਮੇਰੀ ਕੋਈ ਹਸਤੀ ਹੈ, ਮੇਰੀ ਵੀ ਕੋਈ ਪਹਿਚਾਣ ਹੈ, ਅਸੀਂ ਵੀ ਕੁਛ ਹੁੰਦੇ ਹਾਂ, ਇਹ ਸਾਰਿਆਂ ਦੇ ਕੋਲ ਹੈ। ਔਰ ਇਹਨਾਂ ਦਾ ਹੀ ਜ਼ਿਕਰ ਅੱਜ ਮਹਾਰਾਜ ਨੇ ਜਿੱਥੇ ਸ਼ਬਦ ਦੀ ਵਿਆਖਿਆ 'ਚ ਕੀਤਾ ਹੈ, ਜਿੱਥੇ ਅੰਮ੍ਰਿਤ ਵੇਲੇ ਕਹਿੰਦੇ ਨੇ ਜਿਹੜੇ ਕਿਰਪਾ ਦੇ ਪਾਤਰ ਨੇ ਉਹਨਾਂ ਦਾ ਇਹ ਹਉਮੈ ਰੋਗ ਮਿਟਦਾ, ਉਹਨਾਂ ਦਾ ਆਹੰਗ ਰੋਗ ਮਿਟਦਾ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਔਰ ਆਹੰਗ ਰੋਗ ਇਹ ਤਨ ਤੇ ਸਗਲ ਦੂਰ ਕੀਨ। ਅਤੇ ਸਾਨੂੰ ਖੁਲਾਸੇ ਕਹਿੰਦੇ ਦੇਖਿਆ ਧਿਆਨ ਰੱਖਣਾ, ਆ ਸੰਸਾਰ ਦਾ ਬਹੁਤਾ ਤਾਣਾ ਬਾਣਾ ਅਤੇ ਹੰਕਾਰ ਦਾ ਖੜਕਾ ਦੜਕਾਈ ਹੈ। ਅੱਜ ਵੀ ਗਾਹੇ ਬਗਾਹੇ ਜੋ ਅਸੀਂ ਖੜਕਦੇ ਫਿਰਦੇ ਇੱਕ ਦੂਜੇ ਦੇ ਨਾਲ, ਸਾਡਾ ਇੱਕ ਦੂਜੇ ਦੇ ਨਾਲ ਕਿਸੇ ਨਾ ਕਿਸੇ ਗੱਲੋਂ ਟਕਰਾਅ ਹੋ ਜਾਂਦਾ ਹੈ। ਆਖਰ ਕਿਉਂ ਹੈ? ਮਹਾਰਾਜ ਕਹਿੰਦੇ ਨੇ ਹਉਮੈ ਅੰਦਰ ਖੜਕ ਹੈ। ਸਾਡੇ ਟੀਕਾਕਾਰੀਆਂ ਨੇ ਇਹਦਾ ਅਰਥ ਕੰਡਾ ਕਰ ਦਿੱਤਾ। ਦਰਅਸਲ ਹਉਮੈ ਦੇ ਵਿੱਚ ਖੜਕ ਹੈ। ਖੜਕ ਦਾ ਮਤਲਬ ਹੁੰਦਾ ਹੈ, ਕਈ ਵਾਰ ਵੇਖਿਆ ਹੋਣਾ ਹੈ, ਕੱਪੜਾ ਨਵਾਂ ਨਵਾਂ ਹੋਵੇ ਨਾ, ਅਜੇ ਧੋਤਾ ਨਹੀਂ ਹੈ, ਵਰਤਿਆ ਅਤੇ ਖੜਕਦਾ ਹੈ। ਉਹ 'ਚ ਆਖਰ ਕਿਉਂ? ਉਹਦੇ 'ਚ ਕਪਾਹ ਲੱਗੀ ਹੁੰਦੀ ਹੈ, ਜਿਸ ਕਰਕੇ ਉਹਦੇ 'ਚੋਂ ਆਪਣੀ ਆਵਾਜ਼ ਆਉਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਨੇ ਜੋ ਆਪਣੇ ਅੰਦਰ ਦੀ ਹੀ ਆਵਾਜ਼ ਪੈਦਾ ਕਰਦੀਆਂ ਨੇ। ਜਿਵੇਂ ਕਿ ਖਾਲੀ ਭਾਂਡਾ ਖੜਕਦਾ ਹੈ, ਉਹ ਕੱਪੜਾ ਜੋ ਕਿਸੇ ਵਰਤੋਂ 'ਚ ਨਹੀਂ ਆਇਆ ਉਹ ਖੜਕਦਾ ਹੈ। ਇਹ ਖੜਕ ਕਿਆ ਹੈ? ਉਹਦੀ ਆਕੜ ਹੈ, ਉਹਦਾ ਖਾਲੀਪਨ ਹੈ, ਉਹਦਾ ਕੁਛ ਵੀ ਬਣਿਆ ਹੋਣਾ ਨਹੀਂ ਹੈ। ਜਦੋਂ ਕਿਸੇ ਵਰਤੋਂ 'ਚ ਆਉਣ ਲੱਗ ਪੈਂਦਾ ਹੈ, ਜਦੋਂ ਕਿਤੇ ਬਣ ਜਾਂਦਾ ਹੈ ਕੁਛ, ਫਿਰ ਉਹ ਹੌਲੀ ਹੌਲੀ ਖੜਕ ਟੁੱਟਦੀ ਜਾਂਦੀ ਹੈ। ਉਹਦੀ ਆਕੜ ਸਮਝਣਾ ਹੋਵੇ ਤਾਂ ਆਕੜਿਆ ਬੰਦਾ ਹੀ ਖੜਕਦਾ ਹੈ। ਉਹੀ ਗਾਹੇ ਬਗਾਹੇ ਹਰ ਇੱਕ ਦਿਨ ਖਹਿਬੜਦਾ ਹੈ, ਕਿਉਂਕਿ ਉਹਦੇ ਅੰਦਰ ਇੱਕ ਹਉਮੈ ਦਾ ਕੰਡਾ ਹੁੰਦਾ ਹੈ। ਜਿੰਨਾ ਚਿਰ ਉਹ ਹਉਮੈ ਦਾ ਕੰਡਾ ਸਾਡੇ ਅੰਦਰ ਰਹਿੰਦਾ ਹੈ, ਉਹਨਾਂ ਚਿਰ ਅਸੀਂ ਕਿਸੇ ਨਾਲ ਛੇਤੀ ਕਿਤੇ ਬਣਾ ਨਹੀਂ ਪਾਉਂਦੇ ਆਪਣੀ ਮੈਂ ਵੀ ਜੋ ਕੁਝ ਹਾਂ, ਇਸੇ ਭਾਵ 'ਚ ਰਹਿੰਦੇ ਹਾਂ। ਔਰ ਜਿਹੜਾ ਇਸ ਭਾਵ 'ਚ ਹੁੰਦਾ ਹੈ, ਉਹ ਛੇਤੀ ਕਿਤੇ ਦੂਜੇ ਦੇ ਨਾਲ ਸਮਝੌਤਾ ਨਹੀਂ ਕਰਦਾ। ਆਪਣੇ ਘਰ ਪਰਿਵਾਰਾਂ 'ਚ ਅਸੀਂ ਬਹੁਤ ਵਾਰ ਦੇਖੇ ਹੈ, ਨਿੱਕੇ ਨਿੱਕੇ ਬਾਲਕਾਂ ਦੇ ਦਰਸ਼ਨ ਕਰੀਏ, ਮੰਨ ਲਓ ਦੋ ਸਕੇ ਭੈਣ ਭਰਾ ਹੀ ਲੜ ਪੈਂਦੇ ਨੇ, ਕਿਸੇ ਗੱਲੋਂ ਖਿਡੌਣੇ ਤੋਂ ਲੜ ਪੈਂਦੇ ਨੇ,
ਮਾਂ ਕਹਿੰਦੀ ਹੈ ਜਿਹਨੇ ਗਲਤੀ ਕੀਤੀ ਹੁੰਦੀ ਹੈ, ਮਾਂ ਨੂੰ ਕਹਿੰਦੀ ਬੇਟਾ ਨਹੀਂ ਨਹੀਂ ਤੂੰ ਸੌਰੀ ਬੋਲ ਦੇ, ਤੂੰ ਗਲਤੀ ਕੀਤੀ ਹੈ। ਹੁਣ ਉਹਨਾਂ ਦੋਵਾਂ ਬੱਚਿਆਂ 'ਚੋਂ ਦੇਖਿਆ ਜਾ ਸਕਦਾ ਹੈ ਖੜਕੇ ਦੇ ਵਿੱਚ ਹੈ, ਇੱਕ ਬੜੇ ਆਰਾਮ ਨਾਲ ਸੌਰੀ ਕਹਿੰਦਾ, ਹਾਂਜੀ ਭੁੱਲ ਸੌਰੀ, ਪਰ ਦੂਜਾ ਕਹਿੰਦਾ ਮੈਂ ਨਹੀਂ ਕਹਿੰਦਾ। ਅਸੀਂ ਘਰਾਂ 'ਚ ਨਿੱਤ ਦੇਖਦੇ ਨਿੱਕੇ ਨਿੱਕੇ ਬਾਲਕੇ ਵੀ ਖੜਕੇ ਪਏ ਨੇ, ਇਹੀ ਖੜਕ ਹੈ ਹਉਮੈ ਦੀ, ਔਰ ਇਹ ਬਚਪਨ ਦੇ ਦੌਰ ਤੋਂ ਹੀ ਪਕੜੀ ਜਾਂਦੀ ਹੈ, ਦੇਖੀ ਜਾ ਸਕਦੀ ਹੈ। ਸਾਨੂੰ ਉਹ ਉਂਝ ਚੰਗਾ ਲੱਗਦਾ ਹੈ, ਪਰ ਚੇਤੇ ਰੱਖਣਾ ਉਹ ਬਹੁਤ ਨੁਕਸਾਨਦਾਇਕ ਹੈ ਨਿੱਜੀ ਜੀਵਨ ਵਾਸਤੇ, ਪਰਿਵਾਰਾਂ ਵਾਸਤੇ। ਠੀਕ ਹੈ, ਜੇ ਉਹ ਬਹੁਤ ਸ਼ੁੱਧ ਹੋ ਜਾਏ ਤਾਂ ਉਹ ਅਣਖ ਬਣ ਜਾਂਦੀ ਹੈ, ਪਰ ਅਲਟੀਮੇਟ ਨੁਕਸਾਨਦਾਇਕ ਹੁੰਦੀ ਹੈ। ਇਸ ਨੂੰ ਅਸੀਂ ਚੰਗਾ ਕਹਿਣ ਵਾਸਤੇ ਅਣਖ ਦਾ ਨਾਂ ਦੇ ਦਿੰਦੇ ਹਾਂ, ਫਲਾਣਾ ਬੰਦਾ ਬੜਾ ਅਣਖੀ ਹੈ ਜੀ, ਮੰਨਦਾ ਨਹੀਂ। ਜਿਹੜਾ ਨਹੀਂ ਮੰਨਦਾ ਜ਼ਰੂਰੀ ਨਹੀਂ ਕਿ ਅਣਖੀ ਹੋਵੇ, ਮਤਲਬ ਹੈ ਕਿ ਕੀ ਉਹ ਗਲਤੀ ਨੂੰ ਵੀ ਮੰਨਦਾ ਕਿ ਨਹੀਂ ਮੰਨਦਾ। ਜਿਹੜਾ ਬੰਦਾ ਗਲਤੀ ਕਰਕੇ ਵੀ ਨਹੀਂ ਮੰਨਦਾ, ਸਮਝ ਲਓ ਉਹਦੇ ਅੰਦਰ ਇਹ ਹਉਮੈ ਦੀ ਖੜਕ ਹੈ, ਉਹਦੇ ਅੰਦਰ ਹਉਮੈ ਦਾ ਕੰਡਾ ਹੈ, ਅਤੇ ਕੰਡੇ ਦਾ ਜੋ ਬਾਹਰ ਪ੍ਰਭਾਵ ਨਿਕਲਦਾ ਹੈ ਉਹ ਉਸ ਨੂੰ ਤਣਾਅ 'ਚ ਰੱਖਦਾ ਹੈ, ਉਸ ਨੂੰ ਝੁਕਣ ਨਹੀਂ ਦਿੰਦਾ, ਉਸ ਨੂੰ ਹੰਬਲ ਨਹੀਂ ਹੋਣ ਦਿੰਦਾ। ਪਰ ਕੁਦਰਤ ਦਾ ਅਟਲ ਨਿਯਮ ਹੈ, ਜੋ ਝੁਕਦਾ ਨਹੀਂ ਨਾ, ਪਤਾ ਕੌਣ ਹੁੰਦਾ, ਸੁੱਕਾ ਹੋਇਆ ਹੁੰਦਾ। ਸਾਰੀ ਪ੍ਰਕਿਰਤੀ ਕੁਦਰਤ ਨੂੰ ਵੇਖਿਆ, ਸੁੱਕੀਆਂ ਲੱਕੜਾਂ ਨਹੀਂ ਝੁਕਦੀਆਂ, ਉਹ ਨਹੀਂ ਲਿਫਦੀਆਂ, ਪਰ ਹਰੀ ਲੱਕੜ ਜਿਹਨੂੰ ਪੱਤੇ ਲੱਗਦੇ ਨੇ, ਕਰੁੰਬੜਾਂ ਖਿਲਦੀਆਂ ਨੇ, ਲਿਫਦੀਆਂ ਨੇ। ਔਰ ਬਹੁਤ ਵੱਡੇ ਵੱਡੇ ਰੁੱਖਾਂ ਨੂੰ ਵੇਖਿਆ, ਜਿੰਨੇ ਉਹਨਾਂ ਨੂੰ ਫਲਦਾਰ ਅਤੇ ਮਿੱਠੇ ਰੁੱਖ ਫਲ ਲੱਗਦੇ ਨੇ, ਉਹਨੇ ਆਪਣੇ ਆਪ ਝੁਕ ਜਾਂਦੇ ਨੇ। ਅਤੇ ਜਿਨ੍ਹਾਂ ਰੁੱਖਾਂ ਨੂੰ ਕਦੇ ਮਿੱਠੇ ਫਲ ਨਹੀਂ ਲੱਗੇ, ਉਹਨਾਂ ਦੀ ਉਚਾਈ ਬਹੁਤ ਹੁੰਦੀ ਹੈ, ਵਡੱਪਣ ਬਹੁਤ ਹੁੰਦਾ ਹੈ। ਉਹਦਾ ਜ਼ਿਕਰ ਅਸੀਂ ਗੁਰਬਾਣੀ 'ਚ ਪੜ੍ਹਦੇ ਹਾਂ, ਸਿੰਬਲ ਰੁੱਖ ਸਰਾਇਰਾ ਆਤ ਦੀਰਘ ਆਤ ਮੁੱਚ, ਬਹੁਤ ਉੱਚਾ ਹੈ, ਬਹੁਤ ਵੱਡਾ ਹੈ, ਮੀਲਾਂ ਤੋਂ ਨਜ਼ਰ ਆਉਂਦਾ ਹੈ, ਪਰ ਫਲ ਫਿੱਕੇ ਫੁੱਲ ਬੱਕ ਬੱਕੇ, ਕੰਮ ਨ ਆਵੈ ਪਤ, ਪਿੱਠਤ ਨਿਵੀ ਨਾਨਕਾ, ਗੁਣ ਚੰਗਿਆਈਆਂ ਤਤ। ਹੁਣ ਐਡੇ ਵੱਡੇ ਸਿੰਬਲ ਦਾ ਹੁੰਦਾ ਕੀ ਫਾਇਦਾ ਜੇ ਤੈਨੂੰ ਨਾ ਫਲ ਲੱਗਾ ਅਤੇ ਨਾ ਫੁੱਲ ਲੱਗੇ ਨੇ, ਨਾ ਮਿੱਠੇ ਲੱਗੇ ਨੇ। ਇਸੇ ਤਰ੍ਹਾਂ ਸਾਡੇ ਮਨੁੱਖਾਂ ਦੇ ਅੰਦਰ ਵੀ ਜੋ ਹਉਮੈ ਦਾ ਪ੍ਰਭਾਵ ਹੈ, ਹਉਮੈ ਦੀ ਆਕੜ ਹੈ, ਖੜਕ ਹੈ, ਕੰਡਾ ਹੈ, ਉਹ ਸਾਨੂੰ ਝੁਕਣ ਲਈ ਨਹੀਂ ਪ੍ਰੇਰਣਾ ਦਿੰਦਾ, ਅਕੜਾ ਕੇ ਰੱਖਦਾ। ਅਸੀਂ ਆਕੜੇ ਰਹਿੰਦੇ ਹਾਂ। ਔਰ ਉਹਦਾ ਦਰਸ਼ਨ ਅਸੀਂ ਕਰਨਾ ਹੋਵੇ ਨਾ ਵਿਸਤ੍ਰਿਤ, ਸੰਧਿਆ ਦੇ ਵੇਲੇ ਕਦੇ ਬੈਠਣਾ, ਸੁਹਲੇ ਕਾ ਪਾਠ ਤੇ ਲਗਭਗ ਕਰਦੇ ਹੀ ਹੋ ਨਾ, ਉਹਦੇ ਵਿੱਚੋਂ ਮਹਲੇ ਚੌਥੇ ਕਾ ਬਚਨ ਪੜ੍ਹਨਾ। ਜੇ ਉਹਨਾਂ ਦੇ ਅੰਦਰ ਹਉਮੈ ਦਾ ਕੰਡਾ ਹੋ, ਕਿਉਂਕਿ ਜਿਉਂ ਜਿਉਂ ਚਲੈ ਚੁਭੈ ਦੁਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ। ਜਿਵੇਂ ਪੈਰ 'ਚ ਕੰਡਾ ਚੁਭਿਆ ਹੋਵੇ, ਟਿਕ ਕੇ ਬਹਿ ਜਾਈਏ ਤਾਂ ਦਰਦ ਘਟਦਾ ਹੈ, ਅਤੇ ਜੇ ਤੁਰਨਾ ਸ਼ੁਰੂ ਕਰ ਦਈਏ ਤਾਂ ਜਦੋਂ ਕਦਮ ਉਹ ਜ਼ਮੀਨ 'ਤੇ ਪੈਰ ਰੱਖਾਂਗੇ, ਉਸ ਕੰਡੇ ਨੇ ਚੁਭਣ ਦੇਣੀ ਹੈ, ਹਰ ਕਦਮ ਦੇ ਨਾਲ ਦੁੱਖ ਹੋਣਾ ਹੈ। ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਹਿਰਦੇ 'ਚ ਹਉਮੈ ਦਾ ਕੰਡਾ ਹੁੰਦਾ ਹੈ, ਉਹ ਹਰ ਪਲ ਇਸ 'ਤੇ ਦੁੱਖ ਨੂੰ ਮਹਿਸੂਸ ਕਰਦੇ ਨੇ, ਪਰ ਚੂੰਕਿ ਉਹਨਾਂ ਦੀ ਮੱਤ ਮਾਰੀ ਜਾਂਦੀ ਹੈ, ਉਹ ਇਸ ਪੀੜਾ ਨੂੰ ਅੰਦਰ ਮਹਿਸੂਸ ਨਹੀਂ ਕਰਦੇ। ਤੜਪਦੇ ਤਾਂ ਹੈ ਨੇ, ਪਰ ਤੜਪ ਦਾ ਕਾਰਨ ਦੂਜੇ ਨੂੰ ਕਹਿੰਦੇ, ਤੇਰੇ ਕਰਕੇ ਤੜਪ ਰਹੇ ਹਾਂ, ਤੇਰੇ ਕਰਕੇ ਦੁਖੀ ਹੋਏ ਪਏ ਹਾਂ। ਅਕਸਰ ਅਸੀਂ ਵੇਖਿਆ ਹੋਣਾ, ਤੇਰੇ ਕਰਕੇ ਆਪਣੇ ਪਰਿਵਾਰ ਦੇ ਨਿਕਟਵਰਤੀ ਜੀਆਂ 'ਤੇ ਦੋਸ਼ ਲਾ ਰਹੇ ਹੁੰਦੇ ਨੇ, ਤੇਰੇ ਕਰਕੇ ਮੈਨੂੰ ਤੜਪਣਾ ਪਿਆ, ਤੇਰੇ ਕਰਕੇ ਔਖੇ। ਕੋਈ ਪੁੱਤਰਾਂ ਧੀਆਂ 'ਤੇ ਕਹਿ ਰਿਹਾ, ਕੋਈ ਮਾਤਾ ਪਿਤਾ ਨੂੰ ਕਹਿ ਰਿਹਾ, ਕੋਈ ਪਤੀ ਪਤਨੀ ਨੂੰ ਕਹਿ ਰਿਹਾ, ਕੋਈ ਭੈਣ ਭਰਾਵਾਂ ਨੂੰ ਕਹਿ ਰਿਹਾ ਕਿ ਤੇਰੇ ਕਰਕੇ ਦੁਖੀ ਹਾਂ, ਤੇਰੇ ਕਰਕੇ ਦੁਖੀ ਹਾਂ। ਦਰਅਸਲ ਉਹ ਤੇਰੇ ਕਰਕੇ ਦੁਖੀ ਨਹੀਂ ਹੈ, ਉਹ ਆਪਣੀ ਹਉਮੈ ਦੇ ਕਰਕੇ ਦੁਖੀ ਹੈ। ਪਰ ਚੂੰਕਿ ਮੱਤ ਭ੍ਰਸ਼ਟ ਹੈ, ਮੱਤ ਨੂੰ ਨਾ ਸਮਝ ਹੀ ਨਹੀਂ, ਬੁੱਧੀ ਵਿੱਚ ਹੈ ਹੀ ਨਹੀਂ, ਉਹ ਸਮਝਦਾ ਕਿ ਦੁੱਖ ਤੇ ਹੈ, ਪਰ ਦੁੱਖ ਦੂਜੇ ਕਰਕੇ ਹੈ। ਉਹ ਦੁੱਖ ਦੂਜੇ 'ਤੇ ਦੋਸ਼ ਦਿੰਦਾ ਹੈ ਵੀ ਤੇਰੇ ਕਰਕੇ ਦੁੱਖ ਹੈ, ਜਦ ਕਿ ਸਤਿਗੁਰੂ ਨੇ ਸਾਨੂੰ ਦੱਸਿਆ, ਅਸਾਂ ਤੁਸਾਂ ਸਾਰਿਆਂ ਪੜ੍ਹੇ, ਦੱਦਾ ਦੋਸ਼ ਨ ਦਿਓ ਕਿਸੇ, ਦੋਸ਼ ਕਰਮਾਂ ਆਪਣਿਆਂ। ਇਹ ਆਪਣੇ ਕਰਮਾਂ ਦਾ ਦੋਸ਼ ਜੋ ਕਰ ਬੈਠੇ ਆ, ਉਹਦੇ ਕਰਕੇ ਸਭ ਪ੍ਰਭਾਵ ਨਿਕਲਦੇ ਨੇ। ਇਹੀ ਗੱਲ ਸਤਿਗੁਰੂ ਸਾਨੂੰ ਕਹਿੰਦੇ ਨੇ, ਭਾਈ ਹਉਮੈ ਅੰਦਰ ਖੜਕ ਹੈ। ਹਉਮੈ ਦੇ ਸਦਕੇ ਮਨੁੱਖ ਦੇ ਅੰਦਰ ਇੱਕ ਖੁਸ਼ਕਪੁਣਾ ਆ ਜਾਂਦਾ ਹੈ,
ਰੁੱਖਾਪਨ ਆ ਜਾਂਦਾ ਹੈ, ਸੁੱਕ ਜਾਂਦਾ ਹੈ, ਅਤੇ ਸੁੱਕਾ ਹੋਇਆ ਮਨੁੱਖ ਫਿਰ ਆਕੜ ਜਾਂਦਾ ਹੈ। ਆ ਦਾਰਸ਼ਨਿਕ ਲੋਕ ਕਦੇ ਕਦੇ ਕਹਿੰਦੇ ਨਾ, ਸੁੱਕਦਾ ਕੌਣ ਹੈ, ਖੁਸ਼ਕ ਕੌਣ ਹੁੰਦਾ ਹੈ? ਜੋ ਆਪਣੇ ਮੂਲ ਤੋਂ ਟੁੱਟਾ ਹੁੰਦਾ ਹੈ। ਆ ਰੁੱਖਾਂ ਨੂੰ ਫਿਰ, ਕਿਉਂਕਿ ਸਾਰੀ ਸਾਡੀ ਬਣਤਰ ਅਤੇ ਕੁਦਰਤੀ ਹੈ ਨਾ, ਅਤੇ ਕੁਦਰਤ ਜਿਹਨੂੰ ਆਪਾਂ ਹੁਣ ਪ੍ਰਕਿਰਤੀ ਕਹਿੰਦੇ ਨੇ, ਰੁੱਖ ਬਨਸਪਤੀ ਸਾਰੀ ਪ੍ਰਕਿਰਤੀ ਦਾ ਹਿੱਸਾ ਹੈ। ਅਸੀਂ ਸਾਰੇ ਕੁਦਰਤ ਦਾ ਹਿੱਸਾ ਹਾਂ। ਪਰਿਵਾਰ ਤੋਂ ਅਗਰ ਕੋਈ ਜੀ ਟੁੱਟ ਜਾਂਦਾ ਹੈ ਤਾਂ ਬੇਚੈਨ ਹੁੰਦਾ ਹੈ। ਬਾਹਰੋਂ ਕਵੇ ਨਾ ਕਵੇ, ਮੰਨੇ ਨਾ ਮੰਨੇ, ਪਰ ਬੇਚੈਨੀਆਂ ਨੂੰ ਅਨੁਭਵ ਕਰਦਾ ਹੈ। ਕਿਉਂਕਿ ਜੋ ਪਰਿਵਾਰ ਦਾ ਸੁੱਖ ਹੈ, ਜੋ ਭੈਣ ਭਰਾਵਾਂ ਦੀ ਸਪੋਰਟ ਹੁੰਦੀ ਹੈ, ਇਨਡਾਇਰੈਕਟ ਜਿਹਨੂੰ ਆਪਾਂ ਸਪੋਰਟ ਕਹਿੰਦੇ ਹਾਂ, ਉਹ ਬਾਹਰ ਨਹੀਂ ਮਿਲਦੀ। ਇਕੱਲਾਪਨ, ਬੇਗਾਨਾਪਨ ਲੱਗਦਾ ਹੈ ਜਦੋਂ ਆਲੇ ਦੁਆਲੇ ਬੇਗਾਨਾਪਨ ਹੁੰਦਾ ਹੈ ਅਤੇ ਵਿਅਕਤੀ ਫਿਰ ਖੁਸ਼ਕ ਹੋ ਜਾਂਦਾ ਹੈ। ਕੁਦਰਤ ਸਮਝਣਾ ਹੁੰਦਾ, ਜਦੋਂ ਕੋਈ ਟਾਹਣੀ ਆਪਣੇ ਰੁੱਖ ਤੋਂ ਟੁੱਟ ਜਾਂਦੀ ਹੈ, ਹੌਲੀ ਹੌਲੀ ਸੁੱਕ ਜਾਂਦੀ ਹੈ। ਹੁਣ ਉਸ ਨੂੰ ਫੁੱਲ ਅਤੇ ਫਲ, ਪੱਤੇ ਨਹੀਂ ਲੱਗਣੇ, ਹੁਣ ਇਹਨੇ ਸੁੱਕ ਜਾਣਾ ਹੈ। ਭਾਵੇਂ ਕੋਈ ਉਸ ਨੂੰ ਕੀਮਤੀ ਸੋਟੀ ਬਣਾ ਲਏ, ਕੁਝ ਸਮੇਂ ਵਾਸਤੇ ਉਸ ਨੂੰ ਸ਼ਾਨਦਾਰ ਫਰਨੀਚਰ ਦੇ ਰੂਪ 'ਚ ਵਰਤਿਆ ਜਾ ਸਕਦਾ ਹੈ, ਪਰ ਹੁਣ ਉਹਦੇ ਭਾਗਾਂ 'ਚ ਪਤਾ ਕੀ ਲਿਖਿਆ ਗਿਆ? ਸੜਨਾ। ਭਾਵੇਂ ਕਿਤਨਾ ਕੀਮਤੀ ਫਰਨੀਚਰ ਬਣਾ ਕੇ 100 ਸਾਲ ਦੀ ਉਮਰ ਵੀ ਲਿਖ ਦਿੱਤੀ ਜਾਏ, ਪਰ 100 ਸਾਲ ਬਾਅਦ ਲੱਕੜ ਦਾ ਕੀ ਬਣੇਗਾ? ਹੁਣ ਦੁਬਾਰਾ ਫੁੱਲ 'ਤੇ ਲੱਗਣੇ ਨਹੀਂ, ਉਹਨੂੰ ਦੁਬਾਰਾ ਪੱਤੇ 'ਤੇ ਮਿਲਣੇ ਨਹੀਂ, ਫਲ 'ਤੇ ਮਿਲਣਾ ਕੋਈ ਨਹੀਂ। 100 ਸਾਲ 200 ਸਾਲ, ਆਖਰ ਅਲਟੀਮੇਟ ਉਸਨੇ ਗਲਣਾ ਬਾਕੀ ਹੈ, ਸੜਨਾ ਬਾਕੀ ਹੈ। ਹੁਣ ਉਹਦਾ ਸਿਰਫ ਸੜਨਾ ਹੋ ਸਕਦਾ ਹੈ, ਗਲਣਾ ਹੋ ਸਕਦਾ ਹੈ। ਉਹ ਠੀਕ ਹੈ, ਤੁਸੀਂ ਉਸ ਨੂੰ ਕੋਈ ਪਾਲਿਸ਼ ਕਰਕੇ 200 ਸਾਲ ਹੰਡਾ ਲਓਗੇ, 400 ਸਾਲ ਹੰਡਾ ਲਓਗੇ। ਹੋ ਸਕਦਾ ਹੈ ਕੁਝ ਐਸੇ ਨਿਸ਼ਾਨ ਲੱਕੜ ਦੇ ਟੁਕੜੇ ਸਾਡੇ ਕੋਲ ਹੋਵਣ ਜਿਹਦੇ ਬਾਰੇ ਸਾਹਿਤਕਾਰ ਕਹਿੰਦੇ, ਹੁਣ ਦੇਖੋ ਜੀ 200 ਸਾਲ 300 ਸਾਲ ਪੁਰਾਣਾ ਹੈ। ਨਿਸ਼ਾਨੀਆਂ ਹੈਗੀਆਂ ਨੇ ਸਾਡੇ ਕੋਲ ਅਜੇ ਵੀ। ਮਹਾਰਾਜ ਦੀਆਂ ਵਰਤੀਆਂ ਹੋਈਆਂ ਲੱਕੜ ਦੀਆਂ ਚੀਜ਼ਾਂ ਸਾਡੇ ਕੋਲ ਅਜੇ ਹੈਗੀਆਂ ਨੇ, 300 ਸਾਲ ਤੱਕ ਪੁਰਾਣੀਆਂ, 400 ਸਾਲ ਤੱਕ ਪੁਰਾਣੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਖੜਾਊਂ ਵੇਖੀ ਹੈ, ਦਰਸ਼ਨ ਕੀਤੇ, ਹੈਗੀ ਸਾਂਭੀ, ਲੇਕਿਨ ਕਦੋਂ ਤੱਕ ਸਾਂਭੋਗੇ? 1000 ਸਾਲ ਤੱਕ, 2000 ਸਾਲ ਤੱਕ? ਅਖੀਰ ਉਸ ਲੱਕੜ ਦੇ ਟੁਕੜੇ ਨੇ ਗਲਣਾ ਹੈ, ਭਾਵੇਂ ਉਸ ਨੂੰ ਪਵਿੱਤਰਤਾ ਕਿਤਨੀ ਮਿਲ ਗਈ ਹੈ, ਭਾਵੇਂ ਉਸ ਨੂੰ ਗੁਰਦੇਵ ਦੇ ਚਰਨਾਂ ਦੀ ਛੋਹ ਵੀ ਮਿਲ ਗਈ ਹੈ ਨਾ, ਫਿਰ ਵੀ ਉਸ ਲੱਕੜ ਨੂੰ ਹੁਣ ਫੁੱਲ ਨਹੀਂ ਲੱਗਣੇ, ਪੂਜਿਆ ਜਾਏਗਾ। ਲੋਕ ਉਸ ਦੀ ਪੂਜਾ ਕਰ ਸਕਦੇ ਨੇ, ਫੁੱਲ ਮੱਥਾ ਟੇਕ ਸਕਦੇ ਨੇ, ਪਰ ਕੋਈ ਕਹੇ ਕਿ ਹੁਣ ਉਸ ਕਾਠ ਨੂੰ ਫੁੱਲ ਲੱਗ ਜਾਏ, ਇਹ ਸੰਭਵ ਨਹੀਂ ਹੈ। ਕਿਉਂਕਿ ਉਹਦੇ ਭਾਗਾਂ 'ਚ ਸਿਰਫ ਇੱਕ ਚੀਜ਼ ਬਾਕੀ ਹੈ, ਕਦੇ ਤੇ ਗਲ ਜਾਏਗੀ। ਜੋ ਟੁੱਟ ਜਾਂਦਾ ਹੈ ਉਹ ਕਦੇ ਤੇ ਗਲ ਜਾਂਦਾ ਹੈ। ਲੈਂਥ ਕਿਤਨੀ ਹੋ ਜਾਏਗੀ, ਦੂਰੀ ਕਿਤਨੀ ਬਣ ਜਾਏਗੀ, ਬਾਜ਼ਾਰ 'ਚ ਉਹਦੀ ਕੀਮਤ ਕੀ ਪੈ ਜਾਏਗੀ, ਫਰਕ ਕੋਈ ਨਹੀਂ ਪੈਂਦਾ। ਅੱਜ ਵੀ ਗਿਆ ਅਤੇ ਕੱਲ੍ਹ ਵੀ ਗਿਆ। ਟੁੱਟਿਆ ਹੋਏ ਨੂੰ ਕਦੇ, ਅਤੇ ਜੁੜੇ ਹੋਏ ਨੂੰ ਬੇਸ਼ੱਕ ਕੋਈ ਪੂਜੇਗਾ ਨਹੀਂ, ਕਿਉਂਕਿ ਕਿਸੇ ਜੁੜੀ ਹੋਈ ਟਾਹਣੀ ਨੂੰ ਕੋਈ ਪੂਜਦਾ ਨਹੀਂ ਹੈ, ਪਰ ਚੇਤਰਨਾ ਉਹਦੇ ਪੱਤਿਆਂ ਨੂੰ ਪੂਜਿਆ ਜਾਂਦਾ ਹੈ। ਉਹਦੇ ਫੁੱਲਾਂ ਦੇ ਦੁਆਰਾ ਹੀ ਆਪਣੇ ਭਗਵਾਨ ਦੀ ਲੋਕ ਪੂਜਾ ਕਰਦੇ ਨੇ, ਕਿਉਂਕਿ ਫੁੱਲ ਖਿੜੇ ਜੁੜੀ ਹੋਈ ਟਾਹਣੀ ਲੱਗਦੇ ਨੇ। ਇਸੇ ਤਰ੍ਹਾਂ ਜਿਹੜੇ ਜੀ ਆਪਣੇ ਗੁਰੂ ਕਰਤੇ ਦੇ ਨਾਲ ਜੁੜੇ ਰਹਿੰਦੇ ਨੇ, ਬੇਸ਼ੱਕ ਉਹਨਾਂ ਦੀ ਬਾਹਰੋਂ ਯਕਦਮ ਪੂਜਾ ਨਹੀਂ ਹੁੰਦੀ, ਪਰ ਉਹਨਾਂ ਦੇ ਵਿਚਾਰ, ਉਹਨਾਂ ਦੇ ਕਰਮ, ਉਹਨਾਂ ਦੇ ਕਰਤੱਵ, ਉਹਨਾਂ ਦੇ ਬੋਲ ਸੰਸਾਰ ਨੂੰ ਪੂਜਾ ਕਰਨ ਵਾਸਤੇ, ਸੰਸਾਰ ਦੀ ਪ੍ਰੇਰਣਾ ਕਰਨ ਦੇ ਕੰਮ ਆਉਂਦੇ ਨੇ। ਜੁੜਿਆ ਹੋਇਆਂ ਦੇ ਬੋਲ ਹੀ ਆਪਾਂ ਪੜ੍ਹਦੇ ਨਾ, ਆਪਾਂ ਜਦੋਂ ਵੀ ਕਿਤੇ ਪੜ੍ਹਦੇ ਹਾਂ, ਕਿਸੇ ਗੁਰਮੁਖ ਦੇ, ਕਿਸੇ ਮਹਾਂਪੁਰਖ ਦੇ, ਸੰਤ ਦੇ, ਭਗਤ ਦੇ ਬੋਲਾਂ ਦਾ ਹੀ ਉਦਾਹਰਣ ਦਿੰਦੇ ਆ ਨਾ। ਅਤੇ ਸਭ ਕੌਣ ਨੇ? ਜੋ ਜੁੜੇ ਹੋਏ ਨੇ। ਬਸ ਇਹੀ ਅਸਾਂ ਗੱਲ ਸਮਝਣੀ ਹੈ, ਜਿਹੜਾ ਮਨੁੱਖ ਆਪਣੇ ਗੁਰੂ ਕਰਤੇ ਤੋਂ ਟੁੱਟ ਗਿਆ, ਉਹਦੇ ਅੰਦਰ ਸੁੱਕਾਪਨ, ਖੁਸ਼ਕਪਨ ਆਰੰਭ ਹੋ ਜਾਂਦਾ ਹੈ, ਔਰ ਕਿਤਨਾ ਉਸੇ ਦਾ ਨਾਮ ਅਦਾਰਸ਼ਨਿਕ ਪੱਖ 'ਚ ਹਉਮੈ ਹੈਗੀ ਆ। ਇਹ ਗੱਲ ਤਾਂ ਸਪਸ਼ਟ ਹੈ, ਜਿਹੜਾ ਜੀ ਗੁਰੂ ਕਰਤੇ ਦੇ ਨਾਲ ਜੁੜਿਆ ਹੋਏਗਾ, ਉਹਦੇ ਅੰਦਰ ਹਉਮੈ ਦਾ ਨਹੀਂ ਹੋਏਗਾ, ਰੂਪ ਨਹੀਂ, ਕੋਈ ਵੀ ਨਹੀਂ ਹੋਏਗਾ। ਅਤੇ ਜੇ ਸਾਡੇ ਅੰਦਰ ਹਉਮੈ ਹੈ ਤਾਂ ਇਹਦਾ ਮਤਲਬ ਸਮਝ ਲੈਣਾ ਅਸੀਂ ਬਾਹਰੋਂ ਜੁੜੇ ਹਾਂ, ਅੰਦਰੋਂ ਨਹੀਂ ਜੁੜੇ। ਕਿਉਂਕਿ ਹਉਮੈ, ਅੰਦਰੋਂ ਜੁੜੇ ਹੋਵਾਂਗੇ ਤਾਂ ਫਿਰ ਹਉਮੈ ਨਹੀਂ ਹੋਏਗੀ, ਫਿਰ ਕੋਮਲਤਾ ਹੋਏਗੀ, ਫਿਰ ਮਿਠਾਸ ਹੋਏਗੀ, ਫਿਰ ਹੰਬਲ ਹੋਵਾਂਗੇ। ਅਤੇ ਜੇ ਬਾਹਰੋਂ ਜੁੜੇ ਹਾਂ ਤਾਂ ਫਿਰ ਅਸੀਂ ਆਕੜੇ ਹੋਇਆਂਗੇ, ਖੁਸ਼ਕ ਹੋਵਾਂਗੇ, ਕਹਿ ਰਹੇ ਹੋਵਾਂਗੇ ਮੈਂ ਕਹੀ ਨਾ ਸੁਣੋ ਤਾਂ ਸਹੀ। ਅਕਸਰ ਪੰਚਾਇਤਾਂ 'ਚ, ਸਭਾਵਾਂ 'ਚ ਕੀ ਕਹਿੰਦੇ ਆ, ਮੈਂ ਕਹਿ ਰਿਹਾ, ਲੋਕ ਟੇਬਲ ਠੋਕ ਠੋਕ ਕੇ ਗੱਲਾਂ ਕਰਦੇ ਨੇ।
ਧਰਮ ਪੰਚਾਇਤਾਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਕਿਉਂਕਿ ਉਹ ਅੰਦਰੋਂ ਟੁੱਟੇ ਹੁੰਦੇ ਨੇ ਅਤੇ ਆਪਣੇ ਖੋਖਲੇਪਨ ਨੂੰ ਬਚਾਉਣ ਵਾਸਤੇ ਦਾਅਵੇ ਠੋਕ ਰਹੇ ਹੁੰਦੇ ਨੇ। ਬਸ ਇਹੀ ਗੱਲ ਸਾਨੂੰ ਇੱਥੇ ਬੈਠ ਕੇ ਸਮਝ ਹੁੰਦੀ ਹੈ। ਔਰ ਇਸ ਬਿਮਾਰੀ ਤੋਂ ਅਸਾਂ ਖੁਦ ਨੂੰ ਬਚਾਉਣਾ ਹੁੰਦਾ ਹੈ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਹਉਮੈ ਦੇ ਸਦਕੇ ਮਨੁੱਖ ਖੁਸ਼ਕ ਹੋ ਜਾਂਦਾ ਹੈ, ਟੁੱਟ ਜਾਂਦਾ ਹੈ, ਕੰਡੇ ਦੀ ਨਿਆਈ ਹੋ ਜਾਂਦਾ ਹੈ ਅਤੇ ਸਾਰੀ ਜ਼ਿੰਦਗੀ ਇਸ ਅੰਦਰ ਦੇ ਦੁੱਖ ਨੂੰ ਭੁਗਤਦਾ ਰਹਿੰਦਾ ਹੈ। ਇਹ ਅੰਦਰ ਦਾ ਦੁੱਖ ਉਹਨਾਂ ਚਿਰ ਬਰਕਰਾਰ ਰਹੇਗਾ ਜਦੋਂ ਤੱਕ ਇਹ ਅੰਦਰ ਕੰਡਾ ਬਰਕਰਾਰ ਰਹੇਗਾ। ਜਿਵੇਂ ਸਰਜਨ ਅੱਜ ਕੱਲ੍ਹ ਆਪਾਂ ਵੈਦ ਕਹਿ ਦਿੰਦੇ ਹਾਂ, ਜਰਾਹ ਚੀਰਾ ਲਾ ਕੇ ਉਹ ਕੰਡਾ ਕੱਢ ਦਿੰਦੇ ਨੇ ਅਤੇ ਪੀੜਾ ਮਿਟ ਜਾਂਦੀ। ਇਵੇਂ ਜਦੋਂ ਕੋਈ ਜੀ ਗੁਰੂ ਕੋਲ ਆਉਂਦਾ ਹੈ, ਗੁਰੂ ਆਪਣੇ ਸ਼ਬਦ ਦੇ ਸਦਕੇ, ਪਿਆਰ ਦੇ ਸਦਕੇ, ਆਸੀਸ ਦੇ ਸਦਕੇ ਮਨੁੱਖ ਦੇ ਅੰਦਰ ਦੀ ਹਉਮੈ ਨੂੰ ਸ਼ਬਦ ਦੇ ਸਦਕੇ ਸਾੜ ਦਿੰਦੇ ਨੇ। ਔਰ ਇਹ ਸਭ ਕੁਝ ਮਨੁੱਖ ਦੇ ਅਚਨਚੇਤ ਹੁੰਦਾ ਹੈ, ਚੇਤਨਾ ਵਿੱਚ ਨਹੀਂ ਹੁੰਦਾ ਕਿ ਮੈਂ ਦੇਖਾਂ ਕਿ ਹਾਂ ਜੀ ਮੇਰੇ 'ਤੇ ਗੁਰੂ ਮਹਾਰਾਜ ਹੱਥ ਰੱਖਣਗੇ, ਮੇਰੇ 'ਤੇ ਨਿਗਾਹ ਪਏਗੀ ਅਤੇ ਮੇਰੀ ਹਉਮੈ ਸੜ ਜਾਏਗੀ। ਪਤਾ ਨਹੀਂ ਲੱਗਦਾ। ਪਤਾ ਉਦੋਂ ਲੱਗਦਾ ਜਦੋਂ ਸੁਭਾਅ ਬਦਲ ਜਾਂਦਾ। ਇੱਕ ਬੜਾ ਪਿਆਰਾ ਜਿਹਾ ਬਚਨ ਅਸੀਂ ਪੜ੍ਹਿਆ ਹੈ ਅਤੇ ਕਦੇ ਕਦੇ ਸੁਣ ਕੇ ਪੜ੍ਹ ਕੇ ਹਾਸਾ, ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ ਰੇ। ਉਹ ਬਿੱਲੀ ਜੋ ਚੂਹਿਆਂ ਵਾਸਤੇ ਮੌਤ ਸੀ, ਪਰ ਕਿਸੇ ਸਿਖਾ ਦਿੱਤੀ, ਹੁਣ ਚੂਹੇ ਵੇਖ ਡਰ ਜਾਂਦੀ ਹੈ। ਸੁਭਾਅ ਹੀ ਬਦਲ ਗਿਆ। ਪਹਿਰ ਝੁਲਣਾ ਗਧਾ ਨਾਚੇ ਭੈਂਸਾ ਭਗਤ ਕਰਾਵੈ, ਸੁਭਾਅ ਹੀ ਬਦਲ ਗਿਆ। ਇਹ ਹੈ ਸੁਭਾਅ ਦਾ ਅਚਨਚੇਤ ਬਦਲ ਜਾਣਾ, ਜੋ ਇੱਥੇ ਆ ਕੇ ਅਸਾਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਕਿ ਮੇਰਾ ਸੁਭਾਅ ਬਦਲੇ। ਜਿਸ ਮੇਰੇ ਸੁਭਾਅ ਦੇ ਵਿੱਚ ਆਕੜ ਹੈ, ਖੜਕ ਹੈ, ਕੰਡਾ ਹੈ ਹਉਮੈ ਦਾ, ਉਹ ਖਤਮ ਹੋ ਜਾਏ। ਅਤੇ ਮਹਾਰਾਜ ਤੇ ਸਪਸ਼ਟ ਕਹਿੰਦੇ ਨੇ, ਦੋ ਗੱਲਾਂ ਸਾਨੂੰ ਅੱਜ ਮਿਲੀਆਂ ਨੇ। ਜਿਹੜੇ ਗੁਰਮੁਖਤਾ ਦੇ ਰੂਪ 'ਚ ਅੱਜ ਟੁੱਟ ਕੇ ਜੁੜਦੇ, ਮਹਾਰਾਜ ਕਿਰਪਾ ਕਰੋ ਉਹਨਾਂ ਦੇ ਉੱਤੇ। ਤੇ ਅੱਜ ਮਹਾਰਾਜ ਕਹਿੰਦੇ ਸੀ ਕਿਰਪਾ ਕੀਤੀ। ਐਸੋ ਗੁਣ ਮੇਰੇ ਪ੍ਰਭ ਜੀ ਕੀਨ, ਸਾਡੇ ਗੁਰੂਦੇਵ ਨੇ ਅੱਜ ਕਿਰਪਾ ਕੀਤੀ। ਪਰ ਨਾਲ ਨਾਲ ਇਹ ਦੱਸ ਦਿੱਤਾ, ਚੇਤਾ ਰੱਖਿਓ, ਇਸ ਜੇ ਕਿਰਪਾ ਦੇ ਵਿੱਚ ਦਾਇਰੇ 'ਚ ਰਹਿਣਾ ਜੇ ਨਾ, ਅਤੇ ਇਸ ਚੀਜ਼ ਤੋਂ ਬਚ ਕੇ ਰਿਓ। ਜਿਵੇਂ ਕਦੇ ਕਦੇ ਸਿਆਣੇ ਕਹਿੰਦੇ ਭਾਈ ਤੁਸੀਂ ਇੱਥੇ ਟਿਕਣਾ ਅਤੇ ਇਹਨਾਂ ਜੀਆਂ ਤੋਂ, ਇਹਨਾਂ ਕਰਤਬਾਂ ਤੋਂ, ਆ ਨਾ ਕਰਨ ਵਾਲੇ ਕਰਤੱਵ ਨੇ, ਇਹਨਾਂ ਤੋਂ ਬਚ ਕੇ ਰਿਹਾ ਜੇ। ਜਿਸੇ ਕਹਿੰਦੇ ਆ ਕਿ ਕਰੋ ਤੇ ਜਾਂ ਨਾ ਕਰੋ, ਕਿ ਜੇ ਕਿਰਪਾ ਦੇ ਰਸ ਨੂੰ ਮੰਨਣਾ ਹੈ ਤੇ ਫਿਰ ਭਾਈ ਇਹ ਹਉਮੈ ਦੇ ਰੋਗ ਤੋਂ ਬਚ ਕੇ ਰਿਹਾ ਜੇ। ਕਿਉਂਕਿ ਹਉਮੈ ਜਿਨ੍ਹਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਉਹ ਸਾਰੀ ਉਮਰ ਉਹ ਕੰਡੇ ਨੂੰ ਸਹਿੰਦੇ ਨੇ, ਉਸ ਪੀੜਾ ਨੂੰ ਸਹਿੰਦੇ ਨੇ, ਅਤੇ ਉਹਨਾਂ ਦਾ ਜੀਵਨ ਖੜਕਦਾ ਰਹਿੰਦਾ ਹੈ, ਖੁਸ਼ਕ ਹੋਇਆ ਤੜਪਦਾ ਰਹਿੰਦਾ ਹੈ, ਅੰਦਰ ਕੰਡਾ ਰਹਿੰਦਾ ਅਤੇ ਕੰਡੇ ਦੀ ਚੁਭਨ ਬਰਕਰਾਰ ਰਹਿੰਦੀ ਹੈ। ਕਿੱਦਾਂ ਕਰੀਏ ਮਹਾਰਾਜ? ਕਹਿਣ ਲੱਗੇ ਹਉਮੈ ਵੱਡਾ ਰੋਗ ਹੈ। ਇਹ ਹਉਮੈ ਕੇਵਲ ਖੁਸ਼ਕੀ ਹੀ ਨਹੀਂ ਹੈ, ਇੱਕ ਰੋਗ ਵੀ ਹੈ। ਇਹਦਾ ਬਾਹਰਲਾ ਸਰੂਪ ਖੁਸ਼ਕੀ ਹੈ। ਜਿਵੇਂ ਕਿਸੇ ਰੋਗ ਦੇ ਕਰਕੇ ਤਨ 'ਤੇ ਕਈ ਲੱਛਣ ਪ੍ਰਗਟ ਹੁੰਦੇ ਨੇ, ਅਤੇ ਤਕਰੀਬਨ ਸਾਰੇ ਹਕੀਮ ਜੋ ਆਪਾਂ ਡਾਕਟਰ ਕਹਿੰਦੇ ਹਾਂ, ਅੱਜ ਵੀ ਲੱਛਣਾਂ ਕਰਕੇ ਹੀ ਪਹਿਚਾਣ ਹੁੰਦੀ ਹੈ। ਲੱਛਣਾਂ ਤੋਂ ਬਾਅਦ ਜਦੋਂ ਉਹਦੀ ਪੜਤਾਲ ਕਰਦੇ ਨੇ ਅਤੇ ਫਿਰ ਦੱਸਦੇ ਨੇ ਫਲਾਣਾ ਰੋਗ ਹੈ। ਕਿਉਂਕਿ ਰੋਗ ਪ੍ਰਗਟ ਹੋਣ 'ਤੇ ਕੋਈ ਲੱਛਣ ਹੀ ਪ੍ਰਗਟ ਹੁੰਦੇ ਨੇ। ਸਾਡੇ ਤਨ ਵਿੱਚ ਜਦੋਂ ਕੋਈ ਬਿਮਾਰੀ, ਕੀਟਾਣੂ, ਵਾਇਰਸ ਆਦਿ, ਜਿਵੇਂ ਅੱਜ ਰੌਲਾ ਪਿਆ ਹੋਇਆ, ਦੇਖੋ ਜੀ ਵਾਇਰਸ ਹੈ, ਅਤੇ ਕਿੱਦਾਂ ਪਤਾ ਲੱਗਦਾ ਹੈ? ਜਾਂ ਤਾਂ ਸਰੀਰ 'ਤੇ ਕੋਈ ਲੱਛਣ ਪੈਦਾ ਹੁੰਦੇ ਨੇ, ਭਾਈ ਦੇਖੋ ਆਹ ਲੱਛਣ ਨੇ ਅਤੇ ਸੰਭਾਵਿਤ ਹੈ ਇਹਨੂੰ ਰੋਗ ਹੋਵੇਗਾ। ਅਤੇ ਜਾਂ ਫਿਰ ਕਈ ਵਾਰ ਲੱਛਣ ਹੀ ਨਹੀਂ ਪ੍ਰਗਟ ਹੁੰਦੇ, ਪਰ ਰੋਗ ਤਦ ਵੀ ਅੰਦਰ ਹੋ ਜਾਂਦਾ ਹੈ। ਅਤੇ ਸਮਝ ਲਈਏ ਜਿਨ੍ਹਾਂ ਦੇ ਲੱਛਣ ਪ੍ਰਗਟ ਨਹੀਂ ਹੋਏ, ਉਹਨਾਂ ਦੇ ਅੰਦਰ ਰੋਗ ਦੀ ਮਿਕਦਾਰ ਘੱਟ ਹੈ। ਅਤੇ ਜਦੋਂ ਰੋਗ ਦੀ ਮਿਕਦਾਰ ਇੱਕ ਸੀਮਾ ਤੋਂ ਵੱਧ ਜਾਂਦੀ ਹੈ, ਅਤੇ ਉਸ ਉੱਤੇ ਸਿੱਧ ਉਹ ਲੱਛਣ ਪ੍ਰਗਟ ਹੋਣ ਲੱਗ ਪੈਂਦੇ ਨੇ। ਲੱਛਣ ਹੀ ਰੋਗ ਦੀ ਨਿਸ਼ਾਨੀ ਨੇ। ਅਤੇ ਹਉਮੈ ਇੱਕ ਰੋਗ ਹੈ। ਹੋ ਸਕਦਾ ਕਿਸੇ ਦੇ ਅੰਦਰ ਬੜੇ ਘੱਟ ਹੋਵੇ, ਥੋੜ੍ਹਾ ਜਿਹਾ ਹੋਵੇ, ਅਜੇ ਉਹਦਾ ਕੋਈ ਲੱਛਣ ਪ੍ਰਗਟ ਨਹੀਂ ਹੋ ਰਿਹਾ, ਪਰ ਚੇਤਾ ਰੱਖਣਾ ਰੋਗ ਤੇ ਰੋਗ ਹੀ ਹੈ ਨਾ। ਫਿਰ ਲੱਛਣ ਪ੍ਰਗਟ ਹੋਏ ਜਾਂ ਨਹੀਂ ਹੋਏ, ਪਰ ਰੋਗ ਤੇ ਹੈ ਨਾ। ਜਿੱਥੇ ਖੁਸ਼ਕੀ ਉਹਦਾ ਲੱਛਣ ਹੈ, ਖੜਕਣਾ ਉਹਦਾ ਲੱਛਣ ਹੈ, ਆਕੜਨਾ ਉਹਦਾ ਲੱਛਣ ਹੈ, ਕੰਡੇ ਦੀ ਚੁਭਨ ਉਹਦਾ ਲੱਛਣ ਹੈ, ਮਨੁੱਖ ਮਾਨਸਿਕ ਤੌਰ 'ਤੇ ਪੀੜਿਤ ਹੋਣਾ ਲੱਛਣ ਹੈ, ਗਾਹੇ ਬਗਾਹੇ ਬੋਲ ਕੁਬੋਲ ਬੋਲਣੇ ਲੱਛਣ ਹੈ, ਆਪਣੇ ਆਪ ਨੂੰ ਫਰਸਟ੍ਰੇਸ਼ਨ ਨੂੰ ਦੂਜੇ ਕਮਜ਼ੋਰ ਅਤੇ ਗਰੀਬ 'ਤੇ ਕੱਢਣਾ ਉਹਦਾ ਲੱਛਣ ਹੈ।
ਤੇ ਇਹਦਾ ਰੋਗ ਕਿਹੜਾ? ਵੱਡਾ ਰੋਗ। ਜੇ ਹਉਮੈ ਵੱਡਾ ਰੋਗ ਹੈ, ਇਸੇ ਵੱਡੇ ਰੋਗ ਨੂੰ ਸ਼੍ਰੀ ਜਪਜੀ ਸਾਹਿਬ ਕਾ ਪਾਠ ਕਰਨ ਪੜ੍ਹਦੇ ਨਾ, ਹਉਮੈ ਦੀਰਘ ਰੋਗ ਹੈ। ਬੜਾ ਵੱਡਾ, ਦੀਰਘ ਦਾ ਵੀ ਮਤਲਬ ਵੱਡਾ ਹੀ ਹੁੰਦਾ ਹੈ। ਹਉਮੈ ਵੱਡਾ ਰੋਗ ਹੈ। ਇਸ ਵੱਡੇ ਰੋਗ ਦਾ ਅਲਟੀਮੇਟ ਨਤੀਜਾ ਕੀ ਨਿਕਲਦਾ ਹੈ? ਇਸ ਰੋਗ ਦੇ ਸਦਕੇ ਲੋਕ ਮਰ ਜਾਂਦੇ ਨੇ। ਜਿਵੇਂ ਕੋਈ ਵੀ ਰੋਗ ਲੱਗ ਜਾਏ ਅਤੇ ਜਦੋਂ ਉਹਦੀ ਸੀਮਾ ਵੱਧ ਜਾਂਦੀ ਹੈ, ਆਪਾਂ ਕਹਿੰਦੇ ਨਾ ਪਹਿਲੀ ਸਟੇਜ, ਦੂਜੀ ਸਟੇਜ, ਅੱਜ ਕੱਲ੍ਹ ਡਾਕਟਰਾਂ ਦੀ ਭਾਸ਼ਾ 'ਚ ਦੇਖੋ ਜੀ, ਜੇ ਪਹਿਲੀ ਸਟੇਜ ਹੈ ਤਾਂ ਕੰਟਰੋਲ ਹੋ ਜਾਏਗਾ ਬੜੇ ਆਰਾਮ ਨਾਲ, ਦੂਜੀ ਸਟੇਜ ਹੈ ਤਾਂ ਥੋੜ੍ਹਾ ਬਹੁਤਾ ਔਖਾ ਹੈ, ਤੀਜੀ ਸਟੇਜ ਆ ਗਈ ਤਾਂ ਭਾਈ ਥੋੜ੍ਹਾ ਜਿਹਾ ਇਹਨੂੰ ਹਸਪਤਾਲ 'ਚ ਭਰਤੀ ਕਰਨਾ ਪਏਗਾ, ICU 'ਚ ਰੱਖਣਾ ਪਏਗਾ, ਆਹ ਕਰਨਾ ਪਏਗਾ, ਉਹ ਕਰਨਾ ਪਏਗਾ। ਦੁਨੀਆ ਭਰ ਦੇ ਤਮਾਮ ਇੰਤਜ਼ਾਮਾਤ ਉਹ ਦੱਸਦੇ ਨੇ। ਅਤੇ ਜਦੋਂ ਕਿਤੇ ਤੀਜੀ ਸਟੇਜ ਤੋਂ ਟੱਪ ਜਾਂਦਾ ਤਾਂ ਕਹਿਣ ਲੱਗੇ ਨਹੀਂ ਜੀ, ਕੋਸ਼ਿਸ਼ ਤਾਂ ਕਰਾਂਗੇ, ਹੁਣ ਆਸ ਨਹੀਂ ਹੈ। ਔਰ ਐਸੇ ਹਸਪਤਾਲਾਂ 'ਚ ਰਹਿੰਦੇ ਹੋਇਆਂ ਬੜੇ ਰੋਗੀ ਦੇਖੇ ਨੇ ਜਿਹੜੇ ਚੌਥੇ ਪੜਾਅ 'ਤੇ ਆ ਜਾਂਦੇ, ਫਿਰ ਡਾਕਟਰ ਜਵਾਬ ਦਿੰਦੇ ਵੀ ਕੋਸ਼ਿਸ਼ ਜਾਰੀ ਹੈ, ਕੋਸ਼ਿਸ਼ ਕਰਾਂਗੇ, ਦਾਵਾ ਨਹੀਂ। ਅਤੇ ਜਦੋਂ ਦਾਵਾ ਨਹੀਂ, ਕੋਸ਼ਿਸ਼ ਹੀ ਕੋਸ਼ਿਸ਼ ਹੈ, ਤਾਂ ਫਿਰ ਇਵੇਂ ਹੀ ਸਾਡੇ ਇਹਨਾਂ ਰੋਗਾਂ ਦੇ ਵਿੱਚ ਵੀ, ਹਉਮੈ ਦੇ ਰੋਗਾਂ ਦਾ ਵੀ ਇਹੀ ਹਾਲ ਕਿਤਾਬ ਜੇ। ਮਹਾਰਾਜ ਕਹਿਣ ਲੱਗੇ ਹਉਮੈ ਵੱਡਾ ਰੋਗ ਹੈ ਅਤੇ ਨਤੀਜਾ ਹੈ ਮਰ ਜੰਮੈ। ਨਤੀਜਾ ਦਾ ਮਰਨਾ ਹੀ ਹੈ, ਕਿਉਂਕਿ ਹਰ ਰੋਗ ਮਨੁੱਖ ਨੂੰ ਮਾਰ ਦਿੰਦਾ ਹੈ, ਭਾਵੇਂ ਉਹ ਰੋਗ ਸਰੀਰਿਕ ਹੋਵੇ ਅਤੇ ਭਾਵੇਂ ਉਹ ਰੋਗ ਮਾਨਸਿਕ ਹੋਵੇ, ਨਤੀਜਾ ਮੌਤ ਹੀ ਹੈ। ਪਰ ਫਰਕ ਇਤਨਾ ਹੈ, ਸਰੀਰਿਕ ਰੋਗ ਸਰੀਰ ਦੇ ਤੌਰ 'ਤੇ ਮਾਰ ਦਿੰਦੇ ਨੇ ਅਤੇ ਮਾਨਸਿਕ ਰੋਗ ਮਾਨਸਿਕ ਤੌਰ 'ਤੇ ਮਾਰ ਦਿੰਦੇ ਨੇ। ਅਸੀਂ ਸਰੀਰਾਂ ਦੇ ਰੋਗਾਂ ਦੀ ਵਿਆਖਿਆਵਾਂ ਪੜ੍ਹੀਆਂ ਅਤੇ ਸੁਣੀਆਂ ਨੇ, ਸਰੀਰਾਂ ਦੇ ਰੋਗਾਂ ਦੇ ਇਲਾਜ ਪੜ੍ਹੇ ਅਤੇ ਸੁਣੇ ਨੇ, ਪਰ ਮਾਨਸਿਕ ਰੋਗ ਬਾਰੇ ਸਾਨੂੰ ਨਹੀਂ ਪਤਾ। ਇਹ ਮਾਨਸਿਕ ਰੋਗ ਜਿਹੜੇ ਡਿਪਰੈਸ਼ਨ ਵਾਲੇ ਨਹੀਂ ਗੇ, ਯਾਦ ਰੱਖਣਾ। ਇਸ ਨੂੰ ਅਸੀਂ ਜੇ ਥੋੜ੍ਹਾ ਜਿਹਾ ਹੋਰ ਸ਼ਬਦ ਨੂੰ ਗਹਿਰਾ ਕਰਨਾ ਹੋਵੇ, ਸਮਝਣਾ ਹੋਵੇ, ਇਹ ਮਾਨਸਿਕ ਰੋਗ ਵੀ ਨਹੀਂ ਹੈ, ਇਹ ਰੋਗ ਸਾਡੇ ਜੀਵ 'ਤੇ ਲੱਗਦਾ ਹੈ, ਜਿਹਨੂੰ ਆਪਾਂ ਜੀਵਾਤਮ ਕਹਿੰਦੇ ਹਾਂ। ਇਹ ਰੋਗ ਸਾਨੂੰ ਲੱਗਦਾ ਹੈ। ਮਨ ਦਾ ਇਲਾਜ ਤਾਂ ਮਨੁੱਖ ਥੋੜ੍ਹਾ ਜਿਹਾ ਤਰੀਕੇ ਨਾਲ ਕਰ ਸਕਦਾ ਜੇ, ਪਰ ਇਹ ਹਉਮੈ ਦਾ ਰੋਗ ਤਾਂ ਦਿਲ ਦੇ ਵਿੱਚ ਲੱਗ ਜਾਂਦਾ ਹੈ। ਇਹ ਹਉਮੈ ਦਾ ਰੋਗ ਤਾਂ ਸਾਨੂੰ ਲੱਗ ਜਾਂਦਾ ਹੈ। ਅਤੇ ਮਨ ਤਾਂ ਸਾਡਾ ਇੱਕ ਟੂਲ ਹੈ, ਸਮਝ ਸਕੇ, ਮਨ ਸਾਡੀ ਇੱਕ ਬਣਤਰ ਵਾਸਤੇ ਸਹਾਇਕ ਯੰਤਰ ਹੈ, ਟੂਲ ਹੈ। ਉਹ ਖਰਾਬ ਹੋਇਆ ਅਤੇ ਬਦਲਿਆ ਜਾ ਸਕਦਾ। ਅੱਜ ਨੇ ਸਾਈਕੋਲੋਜਿਸਟ ਨੇ, ਇਹ ਸਾਡੇ ਤੁਹਾਡੇ ਮਨ ਦਾ ਇਲਾਜ ਕਰ ਦੇਣਗੇ, ਪਰ ਸਾਡਾ ਨਹੀਂ ਕਰਨਗੇ। ਜਿਵੇਂ ਡਾਕਟਰ ਜਾਂ ਸੰਸਾਰ ਦੇ ਮੈਡੀਸਨ ਵਾਲੇ ਇਹ ਸਰੀਰ ਦਾ ਇਲਾਜ ਕਰ ਦੇਣਗੇ, ਸਾਈਕੋਲੋਜਿਸਟ ਤੁਹਾਡੇ ਮਨ ਦਾ ਇਲਾਜ ਕਰ ਦੇਣਗੇ, ਪਰ ਤੁਹਾਡਾ ਇਲਾਜ ਨਹੀਂ ਕਰਨਗੇ। ਇਹ ਦੋਨੋਂ ਧਿਰਾਂ, ਜਿੱਥੇ ਜੀਵ ਦੇ ਇਲਾਜ ਦੀ ਗੱਲ ਹੁੰਦੀ, ਉੱਥੇ ਹੱਥ ਖੜੇ ਕਹਿੰਦੇ ਨਾ ਵੀ ਸਾਨੂੰ ਨਹੀਂ ਪਤਾ। ਅਸੀਂ ਉਹਦੀ ਗੱਲ ਕਰਦੇ ਹਾਂ ਜੋ ਸਾਈਕੋਲੋਜਿਸਟ ਤੋਂ ਵੀ ਅੱਗੇ ਹੈ, ਜੋ ਤਨ ਤੋਂ ਵੀ ਅੱਗੇ ਹੈ, ਜੋ ਅਸੀਂ ਖੁਦ ਹਾਂ। ਤਨ ਅਤੇ ਮਨ ਤੇ ਸਾਨੂੰ ਦਿੱਤੇ ਨੇ ਨਾ। ਆ ਕਾਲੇ ਬਚਨ ਪੜ੍ਹ ਜਿਸ ਕਾ ਤਨ ਮਨ ਕਾਲੇ ਬਚਨ ਪੜ੍ਹ ਸਾਂ, ਵੀ ਤਨ ਮੈਨੂੰ ਮਿਲੇ ਅਤੇ ਮਨ ਵੀ ਮੈਨੂੰ ਮਿਲੇ। ਤਨ ਰੋਗੀ ਹੋ ਜਾਂਦਾ ਅਤੇ ਡਾਕਟਰ ਇਲਾਜ ਕਰਦਾ ਹੈ, ਮਨ ਰੋਗੀ ਹੁੰਦਾ ਅਤੇ ਮਨੀਸ਼ ਸਾਈਕੋਲੋਜਿਸਟ ਕਰ ਦਿੰਦਾ ਹੈ। ਪਰ ਮੈਂ ਰੋਗੀ ਹੋ ਜਾਵਾਂ ਅਤੇ ਮੇਰਾ ਇਲਾਜ ਕੌਣ ਕਰੇਗਾ? ਮੇਰਾ ਇਲਾਜ ਫਿਰ ਮੇਰਾ ਸਤਿਗੁਰੂ ਕਰਕੇ, ਮੇਰਾ ਵੈਦ ਗੁਰੂ ਗੋਬਿੰਦ ਹੈ, ਉਹ ਇਲਾਜ ਕਰੇਗਾ। ਗੁਰੂ ਗੋਬਿੰਦ ਦਾ ਤਨ ਦਾ ਡਾਕਟਰ ਨਹੀਂ ਜੇ, ਗੁਰੂ ਗੋਬਿੰਦ ਦਾ ਤਨ ਦੇ ਇਲਾਜ ਨਹੀਂ ਕਰਦਾ। ਠੀਕ ਹੈ, ਗੁਰੂ ਗੋਬਿੰਦ ਦੀ ਬਾਣੀ ਦੇ ਨਾਲ ਤਨ ਦੇ ਦੁੱਖ ਮਿਟਦੇ ਨੇ, ਸੰਭਵ ਹੈ, ਹੁੰਦੇ ਨੇ। ਪਰ ਇਹ ਨਾ ਕੋਈ ਕਹੇ ਦੇਖੋ ਜੀ ਮੇਰੇ ਸਿਰ ਪੀੜ ਹੋ ਗਿਆ ਤਾਂ ਮੈਂ ਇੱਥੇ ਆ ਕੇ ਬਹਿ ਜਾ, ਨਹੀਂ। ਉਹਦੇ ਵਾਸਤੇ ਗੁਰੂਦੇਵ ਨੇ ਕਿਰਪਾ ਕੀਤੀ ਸੁਣ, ਤਮਾਮ ਇੰਤਜ਼ਾਮਾਤ ਕੁਦਰਤ ਦੇ ਤੌਰ 'ਤੇ ਹੌਸਪੀਟਲਸ ਬਣਾ ਕੇ ਦਿੱਤੇ ਨੇ, ਦਵਾਈਆਂ ਬਣਾ ਕੇ ਦਿੱਤੀਆਂ ਨੇ, ਬਹੁਤ ਇੰਤਜ਼ਾਮ ਨੇ। ਉੱਥੇ ਜਾਓ, ਉੱਥੇ ਇਲਾਜ ਕਰੋ ਅਤੇ ਅਰਦਾਸ ਗੁਰੂ ਕੋਲ ਕਰੋ। ਸਾਨੂੰ ਉਹ ਤੰਦਰੁਸਤ ਕਰ ਦੇਵੇਗਾ, ਤਨ ਨੂੰ ਡਾਕਟਰ ਠੀਕ ਕਰ ਦੇਵੇਗਾ, ਅਸੀਂ ਤੰਦਰੁਸਤੀ ਦਾ ਰਸ ਮਾਣਾਂਗੇ। ਪਰ ਚੇਤਾ ਰੱਖਣਾ, ਮੇਰਾ ਵੈਦ ਗੁਰੂ ਗੋਬਿੰਦਾ ਜੇ, ਇਹ ਡਾਕਟਰ ਮੇਰੇ ਤਨ ਦਾ ਵੈਦ ਹੈ। ਇਸੇ ਕਰਕੇ ਡਾਕਟਰ ਸਾਡੇ ਤਨ ਦੀ ਹੀ ਗੱਲ ਕਰਨਗੇ, ਉਹ ਮਨ ਦੀ ਵੀ ਨਹੀਂ ਕਰਦੇ। ਅਤੇ ਮਨ ਵਾਲੇ ਡਾਕਟਰ ਦਵਾਈ ਨਹੀਂ ਦਿੰਦੇ, ਉਹ ਦਵਾਈ ਦੀ ਗੱਲ ਨਹੀਂ ਕਰਦੇ। ਅਤੇ ਮੇਰੀ ਤਾਂ ਉਹ ਗੱਲ ਤਾਂ ਵਿਚਾਰੇ ਕਰ ਹੀ ਨਹੀਂ ਸਕਦੇ। ਹੁਣ ਆਪਣੇ ਆਪਣੇ ਚੀਜ਼ ਨੂੰ ਸਮਝ ਕੇ ਦੇਖਣਾ, ਸਾਡਾ ਇਲਾਜ ਕੌਣ ਕਰੇਗਾ? ਅਤੇ ਇਹ ਹਉਮੈ ਦਾ ਰੋਗ ਨਾ ਤਨ ਦਾ ਰੋਗ ਜੇ, ਅਤੇ ਹਉਮੈ ਦਾ ਰੋਗ ਨਾ ਮਨ ਦਾ ਰੋਗ ਜੇ। ਹਉਮੈ ਦਾ ਰੋਗ ਸਾਡਾ ਆਪਣਾ ਰੋਗ ਹੈ। ਇਹ ਰੋਗ ਸਾਡਾ ਜੀਵਾਤਮ ਦਾ, ਜੀਵ ਦਾ, ਸਾਡਾ ਹੈ, ਜੋ ਅਸੀਂ ਜੀਵ ਰੂਪ ਆ, ਜਿਹਨੂੰ ਕਹਿੰਦੇ ਨਾਨਕ ਜੀਓ ਪਾਏ ਕਹਿ
ਲਿਖ ਨਾਵੇਂ ਧਰਮ ਬਹਾਲਿਆ। ਇਸ ਜੀਉ ਦਾ ਰੋਗ ਹੈ, ਹਉਮੈ ਦਾ ਰੋਗ ਇਸ ਜੀਉ ਨੂੰ ਲੱਗਦਾ। ਪਰ ਸਤਿਗੁਰੂ ਕਹਿਣ ਲੱਗੇ ਫਿਰ ਇਹ ਜੀਉ ਮਰਦਾ ਜੇ, ਤਨ ਤੇ ਆਪਣੇ ਆਪ ਇੱਕ ਦਿਨ ਮੁੱਕ ਹੀ ਜਾਣਾ। ਤਨ ਤੇ ਵੱਡੇ ਤੋਂ ਵੱਡੇ ਗੁਰਮੁਖਾਂ ਭਗਤਾਂ ਨੇ ਵੀ ਨਹੀਂ ਰੱਖਿਆ। ਤਨ ਦੇ ਦਾ ਇਲਾਜ ਹੀ ਕੋਈ ਵੱਡਾ ਹੈ, ਤਨ ਦਾ ਤਾਂ ਗੱਲ ਹੀ ਕੋਈ ਨਹੀਂ। ਤਾਂ ਖਾਸ ਕਰਕੇ ਗੁਰਸਿੱਖੀ ਮੰਡਲ ਜਿਹਨੂੰ ਆਪਾਂ ਕਿ ਨਾਨਕ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਦੀ ਗੱਲ ਕਰਦੇ ਹਾਂ, ਉੱਥੇ ਸਰੀਰਾਂ ਦੀ ਮਿਟ ਜਾਣ ਦੀ ਅਤੇ ਸਰੀਰਾਂ ਦੇ ਜਨਮ ਦੀ ਤਾਂ ਵਿਆਖਿਆਵਾਂ ਬਹੁਤ ਵੱਡੀਆਂ ਹੈ ਹੀ ਨਹੀਂ। ਅਸਾਂ ਤੁਸਾਂ ਨੂੰ ਪਤਾ ਹੋਵੇਗਾ ਪਾਤਸ਼ਾਹ ਦਸ਼ਮੇਸ਼ ਸਾਹਿਬ ਜੀ ਦੇ ਚਾਰੇ ਸਾਹਿਬਜ਼ਾਦੇ ਇੱਕ ਹਫ਼ਤੇ ਦੇ ਵਿੱਚ ਸ਼ਹੀਦ ਹੁੰਦੇ ਨੇ। ਜਦੋਂ ਸਾਹਿਬ ਲੰਮੇ ਜੱਟਪੁਰੇ ਤੋਂ ਥੋੜ੍ਹਾ ਜਿਹਾ ਅੱਗੇ ਜਾਂਦੇ ਨੇ, ਜੋ ਸੰਧਿਆ ਵੇਲੇ ਆਪਾਂ ਬੈਠ ਕੇ ਵਾਚ ਰਹੇ ਹਾਂ, ਜਦੋਂ ਦੀਨੇ ਕਾਂਗੜ ਪਹੁੰਚਦੇ ਨੇ, ਉੱਥੇ ਭਾਈ ਪਰਮ ਸਿੰਘ ਧਰਮ ਸਿੰਘ ਨਾਮ ਦੇ ਦੋ ਸੇਵਕ ਬੜੇ ਪਿਆਰ ਨਾਲ ਆ ਕੇ ਮਹਾਰਾਜ ਨੂੰ ਮਿਲਦੇ ਨੇ। ਜੋ ਆਨੰਦਪੁਰ ਨਹੀਂ ਸਨ ਜਾ ਸਕੇ, ਘੇਰਿਆਂ ਦੀ ਵਜ੍ਹਾ ਕਰਕੇ ਮਿਲਦੇ ਨੇ, ਮੁਲਾਕਾਤ ਹੁੰਦੀ ਹੈ। ਸਾਹਿਬਜ਼ਾਦਿਆਂ ਦਾ, ਮਾਤਾ ਜੀ ਦਾ ਅਫਸੋਸ ਪ੍ਰਗਟ ਕਰਦੇ ਨੇ। ਮਹਾਰਾਜ ਸੁਣਦੇ ਰਹਿੰਦੇ ਨੇ। ਉਹ ਠੀਕ ਨੇ ਆਪਣੇ ਤਰੀਕੇ ਦੇ ਨਾਲ, ਜੋ ਜੋ ਉਹਨਾਂ ਦੇ ਮੰਡਲ ਨੇ, ਜੋ ਅਵਸਥਾਵਾਂ ਨੇ, ਉਹਦੇ ਮੁਤਾਬਕ ਗੱਲਾਂ ਕਰਦੇ ਨੇ। ਅਤੇ ਸਾਹਿਬਜ਼ਾਦਿਆਂ ਦੀ ਗੱਲਾਂ ਕਰਦਿਆਂ ਕਰਦਿਆਂ ਬੈਰਾਗ 'ਚ ਆ ਜਾਂਦੇ ਨੇ ਮਹਾਰਾਜ। ਛੋਟੇ ਛੋਟੇ ਬਾਲਕ ਸਨ ਸਾਹਿਬਜ਼ਾਦੇ। ਕੁਝ ਸਮਾਂ ਬਾਅਦ ਜਦੋਂ ਤਰਵਾਸ ਆਉਂਦੀ, ਕਹਿਣਗੇ ਪਰਮ ਸਿੰਘ, ਮਹਾਰਾਜ ਕਹਿੰਦੇ ਪਰਮ ਸਿੰਘ ਇੰਨਾ ਦੁੱਖ ਨਹੀਂ ਕਰੀਦਾ, ਇਹ ਕਰਤੇ ਦਾ ਹੁਕਮ ਹੈ। ਕਹਿਣ ਲੱਗਾ ਜੀ ਛੋਟੇ ਛੋਟੇ ਬਾਲਕ ਸੀ, ਮੈਂ ਤਾਂ ਨਿੱਕੇ ਨਿੱਕੇ ਦੇਖੇ ਸਨ, ਆਪਣੇ ਢੰਗ ਨਾਲ ਬੈਰਾਗ ਕਰਦਾ ਪਿਆ। ਮਹਾਰਾਜ ਕਹਿਣ ਲੱਗੇ ਜ਼ਮੀਨ 'ਤੇ 4 ਲਕੀਰਾਂ ਖਿੱਚ। ਉਹਨੇ ਮਹਾਰਾਜ ਦਾ ਹੁਕਮ ਮੰਨ ਕੇ ਹੱਥ ਨਾਲ ਲਕੀਰਾਂ ਖਿੱਚਤੀਆਂ, 4 ਲਕੀਰਾਂ ਖਿੱਚਤੀਆਂ। ਮਹਾਰਾਜ ਕਹਿਣ ਲੱਗੇ ਮਿਟਾ ਦੇ, ਮਿਟਾ ਦਿੱਤੀਆਂ। ਕਹਿਣ ਲੱਗੇ ਪਰਮ ਸਿੰਘ ਲਕੀਰਾਂ ਖਿੱਚਣ ਦੀ ਖੁਸ਼ੀ ਹੋਈ ਸੀ? ਕਹਿਣ ਲੱਗੇ ਨਹੀਂ ਮਹਾਰਾਜ, ਆਪ ਦਾ ਹੁਕਮ ਸੀ, ਖਿੱਚਤੀਆਂ। ਕਹਿਣ ਲੱਗੇ ਲਕੀਰਾਂ ਮਿਟਾ ਦਿੱਤੀਆਂ, ਕੋਈ ਦੁੱਖ ਹੋਇਆ ਹੀ? ਕਹਿਣ ਲੱਗੇ ਨਹੀਂ ਮਹਾਰਾਜ, ਆਪ ਦਾ ਹੁਕਮ ਸੀ, ਮਿਟਾ ਦਿੱਤੀਆਂ। ਕਹਿਣ ਲੱਗੇ ਸਰੀਰਾਂ ਦੀ ਬਣਤਰ ਇਸੇ ਤਰ੍ਹਾਂ ਹੁਕਮ ਦੇ ਵਿੱਚ ਹੁੰਦੀ ਹੈ। ਅਸਾਂ ਤੁਸਾਂ ਦਾ ਸਭ ਦਾ ਜਨਮ ਕਰਤਾ ਪੁਰਖ ਦੇ ਹੁਕਮ ਦੇ ਵਿੱਚ ਹੀ ਹੋਇਆ, ਅਤੇ ਹੁਕਮ ਦੇ ਵਿੱਚ ਹੀ ਅਸਾਂ ਦੀ ਸਰੀਰ ਰੂਪੀ ਲਕੀਰ ਮਿਟ ਜਾਣੀ ਆ। ਘੱਲੇ ਆਵਹਿ ਨਾਨਕਾ ਸੱਦੇ ਉੱਠੀ ਜਾ ਹੈ। ਹਰ ਇੱਕ ਜੀਅ ਦਾ ਲੈਵਲ ਅਲੱਗ ਹੋ ਸਕਦਾ ਹੈ। ਅਸੀਂ ਸਾਹਿਬਜ਼ਾਦਿਆਂ ਦੇ ਮੁਕਾਬਲੇ 'ਤੇ ਨਹੀਂ ਹੋ ਸਕਦੇ, ਪਰ ਸੱਚ ਇੱਕ ਹੈ, ਉਹ ਵੀ ਸਰੀਰ ਕਰਕੇ ਆਏ। ਕੁਝ ਸਮਾਂ ਜੋ ਹੁਕਮ ਸੀ ਬਣਤਰਾਂ ਬਣੀਆਂ, ਜੋ ਨਾ ਕਰਤੱਵ ਸੰਸਾਰ ਨੂੰ ਦੇਣਾ ਸੀ ਕੀਤਾ, ਜੋ ਉਹਨਾਂ ਦੀ ਡਿਊਟੀ ਲੱਗੀ ਸੀ ਨਿਭਾਈ। ਸਮੇਂ ਬਾਅਦ ਉਹ ਸਰੀਰ ਛੁੱਟ ਗਏ, ਸਰੀਰ ਛੱਡ ਦਿੱਤੇ। ਅਸਾਂ ਤੁਸਾਂ ਵੀ ਛੱਡ ਦੇਣਾ ਹੈ। ਵੱਡੇ ਵੱਡੇ ਮਹਾਂਪੁਰਖਾਂ ਭਗਤਾਂ ਨੇ ਵੀ ਛੱਡ ਦਿੱਤਾ ਹੈ। ਸਭ ਨੇ ਸਰੀਰ ਛੱਡਿਆ, ਪਰ ਚੇਤਾ ਰੱਖਣਾ ਇਸ ਸਰੀਰ ਦੇ ਵਿੱਚ ਹਾਂ ਅਸੀਂ ਤੁਸੀਂ। ਜਿਵੇਂ ਸਾਨੂੰ ਰਹਿਣ ਵਾਸਤੇ ਘਰ ਮਿਲਦਾ ਹੈ, ਮਕਾਨ ਮਿਲਦਾ ਹੈ, ਅਸੀਂ ਮਕਾਨ 'ਤੇ ਨਹੀਂ ਹੁੰਦੇ ਨਾ। ਆਹ ਸਮਝਾਉਣ ਵਾਸਤੇ ਦਰਸ਼ਨ ਫਿਲਾਸਫੀ ਵਾਲੇ ਕਦੇ ਕਦੇ ਸਮਝਾਉਂਦੇ ਹੁੰਦੇ ਨੇ। ਅਸੀਂ ਸੜਕ 'ਤੇ ਕਿਸੇ ਮਕਾਨ ਵੱਲ ਦੇਖਦੇ ਹਾਂ ਅਤੇ ਕੀ ਕਹਿੰਦੇ ਹਾਂ, ਦੇਖੋ ਜੀ ਤਹਿਸੀਲਦਾਰ ਦਾ ਮਕਾਨ ਹੈ। ਠੀਕ ਹੈ, ਤਹਿਸੀਲਦਾਰ ਦਾ ਮਕਾਨ ਹੈ। ਥੋੜ੍ਹੇ ਦਿਨ ਬਾਅਦ ਉਹ ਤਹਿਸੀਲਦਾਰ ਮਕਾਨ ਛੱਡ ਕੇ ਚਲਾ ਜਾਂਦਾ। ਹੁਣ ਮਕਾਨ ਤਹਿਸੀਲਦਾਰ ਨਾਲ ਨਹੀਂ ਰਿਹਾ ਗਿਆ ਨਾ, ਮਕਾਨ ਖਾਲੀ ਹੋ ਗਿਆ। ਹੁਣ ਇੱਥੇ ਕੌਣ ਹੈ ਜੀ? ਹੁਣ ਕੋਈ ਵਪਾਰੀ ਆ ਕੇ ਰਹਿਣ ਲੱਗ ਪਿਆ। ਫਿਰ ਕਹਿਣ ਲੱਗ ਪਏ ਨੇ ਜੇ ਕੋਈ ਵਪਾਰੀ ਦਾ ਮਕਾਨ ਹੈ। ਜਿਵੇਂ ਇੱਕ ਮਕਾਨ 'ਚ ਰਹਿਣ ਵਾਲੇ ਕਈ ਮਨੁੱਖ ਆ ਕੇ ਬਦਲ ਕੇ ਚਲੇ ਜਾਂਦੇ ਨੇ ਮਕਾਨ, ਅਤੇ ਫਿਰ ਕਈ ਵਾਰ ਇੱਕ ਮਨੁੱਖ ਆਪਣੇ ਮਕਾਨ ਨੂੰ ਢਾਹ ਕੇ ਫਿਰ ਦੁਬਾਰਾ ਬਣਾ ਲੈਂਦਾ। ਲੋਕ ਇਤਿਹਾਸ 'ਤੇ 7 ਸਾਲ ਬਾਅਦ ਮਨੋਵਿਗਿਆਨਕ ਲੋਕ ਮੰਨਦੇ ਨੇ ਤੁਸੀਂ ਕਿਤਨੇ ਵਧੀਆ ਪਰਦੇ ਲਿਆ ਕੇ ਆਪਣੇ ਘਰ ਰੱਖ ਦਿਓ, ਫਰਨੀਚਰ ਰੱਖ ਦਿਓ। 1 ਸਾਲ ਤੁਸੀਂ ਬੜੇ ਚਾਅ 'ਚ ਰਹਿੰਦੇ ਹੋ, ਬਣਾ ਜੀ ਨਵੇਂ ਨਵੇਂ ਫਰਨੀਚਰ, ਨਵੇਂ ਸੋਫੇ, ਨਵੇਂ ਪਰਦੇ। 2 ਸਾਲ ਤੁਸੀਂ ਖੁਸ਼ ਰਹਿੰਦੇ ਹੋ। ਤੀਜੇ 1 ਸਾਲ ਤੁਸੀਂ ਸੋਚਣ ਲੱਗ ਪੈਂਦੇ ਹੋ ਵੀ ਨਾ ਥੋੜ੍ਹੇ ਜਿਹੇ ਦੇਖੋ ਰੰਗ ਬਦਲ ਗਿਆ, ਪੁਰਾਣੇ ਹੋ ਗਏ ਆ। 5 ਸਾਲ ਗੁਜ਼ਰਦਿਆਂ ਤੁਸੀਂ ਕਹਿਣ ਲੱਗ ਪੈਂਦੇ ਹੋ ਨਾ ਫੈਸ਼ਨ ਬਦਲ ਗਿਆ, ਪੁਰਾਣੇ ਹੋ ਗਏ ਨੇ, ਬਦਲ ਦੇਣੇ ਚਾਹੀਦੇ ਨੇ। ਅਤੇ 7 ਸਾਲ ਬਾਅਦ ਤੁਸੀਂ ਕਮਰ ਕੱਸਾ ਕਰ ਲੈਂਦੇ ਹੋ, ਬਦਲ ਹੀ ਦਿੰਦੇ ਹੋ। ਜੇ ਤੁਹਾਡੇ ਕੋਲ ਪੈਸੇ ਹੈਗੇ ਨੇ ਅਤੇ ਤੁਸੀਂ 7 ਸਾਲ ਤੋਂ ਵੱਧ ਹੰਡਾਣੇ ਔਖੇ, ਇਹ ਪਰਦੇ ਲੱਗੇ ਰਹਿਣੇ ਔਖੇ ਨੇ। ਕਿਸੇ ਘਰ 'ਚ ਸ਼ਾਇਦ ਹੀ ਕੋਈ ਪਰਦਾ 7 ਸਾਲ ਹੰਡਿਆ ਹੋਵੇ, ਔਖਾ ਹੋ ਜਾਂਦਾ। ਉਹ ਪੱਟਦਾ ਨਹੀਂ ਹੈ, ਨਹੀਂ, ਮਨੁੱਖ ਦੇਖ ਦੇਖ ਕੇ ਪਰੇਸ਼ਾਨ ਹੋ ਜਾਂਦਾ। 7 ਸਾਲ ਹੋ ਗਏ ਨੂੰ ਟੰਗੇ ਨੂੰ, ਇੱਥੇ ਉਤਾਰ ਨੂੰ ਬਦਲ ਭਾਈ, ਨਵਾਂ ਲੈ ਕੇ ਆ, ਕਿਉਂਕਿ ਮਨੁੱਖ ਬਦਲਾਅ ਹੁੰਦਾ ਹੈ। ਇਸੇ ਤਰ੍ਹਾਂ ਸਰੀਰ ਬਦਲਦੇ ਰਹਿੰਦੇ ਨੇ, ਅਸੀਂ ਹੰਡਦੇ ਰਹਿੰਦੇ ਹਾਂ। ਸਾਡੇ ਅੰਦਰ ਜੋ ਰੋਗ ਹੈ, ਅਸਾਂ ਉਸ ਰੋਗ ਨੂੰ ਬਦਲਣਾ ਤਾਂ ਕਿ ਅਸੀਂ ਮਰੀਏ ਨਾ, ਅਸੀਂ ਸਦਾ ਟਿਕੇ ਰਹੀਏ।
ਆ ਗੁਰਮਤਿ ਦਰਸ਼ਨ ਸਾਡੇ ਮਿਲਾਪ ਦੀ ਗੱਲ ਕਰਦੇ ਨੇ। ਗੁਰੂ ਨਾਨਕ ਸਾਹਿਬ ਜੀ ਸਾਨੂੰ ਦੱਸਦੇ ਨੇ ਕਿ ਭਾਈ ਇੱਥੇ ਆ ਕੇ ਬੇਨਤੀ ਕਰਿਆ ਕਰੋ, ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ, ਸਾਨੂੰ ਰੋਗ ਮੁਕਤ ਕਰਕੇ ਮਿਲਾ ਲਓ। ਜਿਵੇਂ ਅੱਜ ਕਹਿੰਦੇ ਰੋਗ ਮੁਕਤ, ਅਸੀਂ ਰੋਗ ਤੋਂ ਬਚਣ ਦਾ ਇਲਾਜ ਕਰ ਦਿੱਤਾ ਹੈ, ਅਸੀਂ ਬੇਨਤੀ ਕਰੇ ਮਹਾਰਾਜ ਸਾਨੂੰ ਮਿਲਾ ਵੀ ਲਓ। ਫਿਰ ਪਰ ਚੇਤਾ ਰੱਖਣਾ, ਜੇ ਮਿਲ ਨਾ ਸਕੇ ਹਉਮੈ ਦਾ ਰੋਗ ਰਿਹਾ ਤੇ ਹਉਮੈ ਵੱਡਾ ਰੋਗ ਹੈ, ਨਤੀਜਨ ਮਰਾਂਗੇ। ਤੇ ਜੇ ਮਰੇ ਤੇ ਫਿਰ ਕੀ ਹੋਵੇਗਾ? ਫਿਰ ਪੈਦਾ ਹੋਵਾਂਗੇ, ਕਿਉਂਕਿ ਮਰ ਜੰਮੈ, ਜੋ ਮਰਦੇ ਨੇ ਉਹੀ ਜਨਮਦੇ ਨੇ, ਤੇ ਜੋ ਮਰਦੇ ਨਹੀਂ ਗੇ ਉਹ ਜਨਮਦੇ ਵੀ ਨਹੀਂ ਗੇ। ਅਸੀਂ ਸਰੀਰਕ ਵਿਨਾਸ਼ ਨੂੰ ਹੀ ਮੌਤ ਮੰਨ ਬੈਠੇ ਆ ਨਾ, ਪਰ ਮਹਾਰਾਜ ਕਹਿਣ ਲੱਗੇ ਨਹੀਂ, ਜ਼ਰੂਰਤ ਤੇ ਸਮਝਣ ਸਾਨੂੰ ਹੈ ਕਿ ਅਸੀਂ ਮਰ ਗਏ, ਜੇ ਮਰ ਗਏ ਤੇ ਜ਼ਰੂਰ ਜਨਮਾਂਗੇ। ਇਸ ਕਰਕੇ ਗੁਰੂ ਨਾਨਕ ਦਰਸ਼ਨ ਦਾ ਬਾਰੀਕ ਸੰਕਲਪ ਹੈ ਕਿ ਅਸਾਂ ਨੂੰ ਆ ਸਰੀਰ ਮਿਲਿਆ, ਆ ਜੀਵਨ ਮਿਲਿਆ, ਹੁਣ ਅਸਾਂ ਨੇ ਮਰਨਾ ਨਹੀਂ ਹੈ, ਅਸੀਂ ਮਰਨਾ ਨਹੀਂ ਹੈ। ਸ਼ਾਇਦ ਆਪਾਂ ਕਈ ਵਾਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਨ੍ਹਾਂ ਦੇ ਅੰਦਰੋਂ ਗੁਰਦੇਵ ਦੀ ਕਿਰਪਾ ਦੇ ਸਦਕੇ ਹਉਮੈ ਦਾ ਰੋਗ ਮਿਟ ਗਿਆ, ਪੂਰੀ ਤਰ੍ਹਾਂ ਨਿਰਮਲ ਹੋ ਗਏ, ਉਹਨਾਂ ਦੇ ਸਰੀਰਾਂ ਨੂੰ ਚੀਰਿਆ ਜਾਂਦਾ ਹੈ, ਦੋ ਦੋ ਟੁਕੜੇ ਕਰਤਾ ਜਾਂਦਾ, ਖੰਡ ਖੰਡ ਕਰ ਦਿੱਤਾ ਜਾਂਦਾ, ਪਰ ਉਹ ਮਰਦੇ ਨਹੀਂ ਗੇ। ਕਿ ਅੱਜ ਕੋਈ ਕਹੇਗਾ ਕਿ ਭਾਈ ਮਤੀ ਦਾਸ ਸਾਹਿਬ ਦੇ ਸਰੀਰ ਨੂੰ ਆਰੇ ਨਾਲ ਚੀਰ ਕੇ ਦੁਫਾੜ ਕਰ ਦਿੱਤਾ, ਕਿ ਮਰ ਗਏ? ਕੀ ਇਹਨਾਂ 'ਚ ਤਾਕਤ ਹੈ ਕਿਸੇ ਜ਼ਾਲਮ 'ਚ ਕਿ ਮਾਰ ਦੇਵੇ? ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਂਦੇ ਨੇ, ਬੰਦ ਬੰਦ ਕੱਟ ਦਿੱਤੇ ਜਾਂਦੇ ਨੇ, ਕੀ ਮਾਰੇ ਉਹਨੇ? ਭਾਈ ਤਾਰੂ ਸਿੰਘ ਸਾਹਿਬ ਦੀ ਖੋਪੜੀ ਉਤਾਰ ਕੇ ਸਿੱਟ ਦਿੱਤੀ ਜਾਂਦੀ ਹੈ। ਅਤੇ ਸਾਨੂੰ ਸਭ ਨੂੰ ਪਤਾ ਹੈ ਕਿ ਸਿਰ ਵਿੱਚ ਹਲਕੀ ਵੀ ਸੱਟ ਲੱਗ ਜਾਏ ਅਤੇ ਵਿਅਕਤੀ ਮਰ ਜਾਂਦਾ ਹੈ। ਅਤੇ ਕਲਪਨਾ ਕਰਨਾ, ਖੋਪੜੀ ਉਤਰ ਜਾਏ ਅਤੇ ਕਿੰਨਾ ਕੁ ਚਿਰ ਬੈਠੇ ਰਹਾਂਗੇ ਆਪਾਂ। ਆਪਣੇ 'ਤੇ ਇਮੈਜਨ ਕਰਕੇ ਦੇਖੀਏ, ਸਿਰ ਦੇ ਵਾਲਾਂ ਨੂੰ ਕੋਈ ਤਕੜਾ ਬੰਦਾ ਫੜ ਕੇ ਝਟਕਾ ਦੇ ਦੇਵੇ ਅਤੇ ਸਾਨੂੰ ਚੱਕਰ ਆ ਜਾਂਦੇ ਆ, ਡਿੱਗਣ ਤੱਕ, ਮਰਨ ਤੱਕ ਜਾਂਦੇ ਆ। ਅਤੇ ਜੇ ਖੋਪੜੀ ਉਤਾਰ ਦਿੱਤੀ ਜਾਏ, ਕਿੰਨਾ ਕੁ ਚਿਰ ਜਿਉਂਦੇ ਰਹਾਂਗੇ, ਫਿਰ ਕਿੰਨੇ ਕੁ ਚਿਰ ਹੋਸ਼ੋ ਹਵਾਸ ਵਿੱਚ ਰਹਾਂਗੇ, ਅਤੇ ਸਾਡੇ ਕੋਲ ਕੋਈ ਜਵਾਬ ਨਹੀਂ ਹੈ। ਪਰ ਭਾਈ ਤਾਰੂ ਸਿੰਘ ਸਾਹਿਬ ਦੀ ਖੋਪੜੀ ਉਤਾਰੀ ਗਈ ਹੈ, ਔਰ 21 ਦਿਨ ਬੈਠੇ ਗੱਲਬਾਤ ਕਰਦੇ ਨੇ, ਬਾਣੀ ਪੜ੍ਹਦੇ ਨੇ, ਸੰਵਾਦ ਕਰਦੇ ਨੇ, ਫੈਸਲੇ ਦਿੰਦੇ ਨੇ, ਲੋਕਾਂ ਨੂੰ ਜੁਗਤਾਂ ਦਿੰਦੇ ਨੇ। ਔਰ ਜਿਸ ਬੰਦੇ ਨੇ ਮਹਾਰਾਜ ਭਾਈ ਸਾਹਿਬ ਜੀ ਦੀ ਖੋਪੜੀ ਉਤਾਰਨ ਵਾਸਤੇ ਫੈਸਲਾ ਦਿੱਤਾ ਸੀ, ਉਸੇ ਬੰਦੇ ਦੀ ਮੌਤ ਦਾ ਫੁਰਮਾਨ ਅਤੇ ਮੌਤ ਦੀ ਤਕਨੀਕ ਦੱਸਦੇ ਨੇ, ਇੱਦਾਂ ਮਰੇਗਾ, ਆਹ ਕਰਕੇ ਲੈ ਕੇ ਆਓ। ਲੰਬੀ ਗਾਥਾ ਸੁਣੀ ਹੋਣੀ ਆ। ਜ਼ਕਰੀਆ ਖਾਨ ਦੇ ਪੇਟ 'ਚ ਰੁਕਾਵਟ ਪੈਦਾ ਹੁੰਦੀ ਹੈ, ਪਿਸ਼ਾਬ 'ਚ ਬੰਨ ਪੈ ਜਾਂਦਾ ਹੈ। ਇਹਨਾਂ 21 ਦਿਨਾਂ ਦੇ ਵਿੱਚ ਹਕੀਮ ਇਲਾਜ ਕਰਨੋਂ ਥੱਕ ਜਾਂਦੇ ਨੇ, ਕੋਈ ਪ੍ਰਬੰਧ ਨਹੀਂ ਹੁੰਦਾ। ਫਿਰ ਉਹ ਭਾਈ ਤਾਰੂ ਸਿੰਘ ਕਹਿੰਦੇ ਨੇ, ਸ਼ਾਇਦ ਤੇਰੇ ਕਰਕੇ ਹੋਇਆ। ਕਹਿਣ ਲੱਗਾ ਜੀ ਹਾਂ ਹੋਇਆ, ਤੇ ਪਰ ਮੈਂ ਮੁੜਦਾ ਨਹੀਂ। ਕੀ ਕਰੋਗੇ? ਹੁਣ ਇੱਕ ਹਾਲ ਸਿੱਖ ਸੰਗਤ ਮੁੜ ਸਕਦੀ ਹੈ, ਪੰਥ ਮੁੜੇਗਾ। ਫਿਰ ਉਹਨਾਂ ਦਾ ਇੱਕ ਵਕੀਲ ਸ਼੍ਰੀ ਅਕਾਲ ਤਖਤ ਸਾਹਿਬ ਆਉਂਦਾ ਹੈ, ਬੇਨਤੀਆਂ ਕਰਦਾ ਹੈ। ਇਹ 21 ਦਿਨਾਂ 'ਚ ਸਭ ਕੁਝ ਸੁਣਦਾ ਹੈ। ਤਕਨੀਕ ਉਹ ਦੱਸਦੇ ਨੇ, ਭਾਈ ਸ਼੍ਰੀ ਦਰਬਾਰ ਸਾਹਿਬ ਜਾਓ, ਅਕਾਲ ਤਖਤ ਸਾਹਿਬ ਸੰਗਤ ਹੋਏਗੀ, ਸੰਗਤ 'ਚ ਬੇਨਤੀ ਕਰੋ, ਉੱਥੋਂ ਫੈਸਲਾ ਹੋਏਗਾ। ਅਤੇ ਸੰਗਤ 'ਚੋਂ ਫੈਸਲਾ ਪਤਾ ਕੀ ਹੁੰਦਾ ਹੈ? ਵੀ ਇਸ ਨੇ ਜਿਸ ਭਾਈ ਤਾਰੂ ਸਿੰਘ ਸਾਹਿਬ ਦੇ ਬਾਬਤ ਕਬੂਲ ਬੋਲੇ ਨੇ, ਗੁਰੂ ਦੇ ਬਾਬਤ ਕਬੂਲ ਬੋਲੇ ਨੇ, ਉਸ ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਲੈ ਕੇ ਆਓ ਅਤੇ ਇਹਦੇ ਸਿਰ 'ਚ ਮਾਰੋ, ਤਾਂ ਠੀਕ ਹੋਏਗਾ, ਤਾਂ ਇਹਦਾ ਬੰਨ ਖੁੱਲ੍ਹੇਗਾ। ਔਰ ਇੱਕ ਜੁੱਤੀ ਲਈ ਜਾਂਦੀ ਹੈ, ਭਾਈ ਤਾਰੂ ਸਿੰਘ ਦੇ ਪੈਰਾਂ ਨੂੰ ਲਾਈ ਜਾਂਦੀ, ਛੁਆਈ ਜਾਂਦੀ ਹੈ। ਫਿਰ ਉਹ ਜੁੱਤੀ ਜ਼ਕਰੀਆ ਖਾਨ ਦੇ ਸਿਰ 'ਚ ਵੱਜਦੀ ਹੈ ਅਤੇ ਉਹਦਾ ਬੰਨ ਖੁੱਲ੍ਹਦਾ ਹੈ, ਸਕੂਨ ਮਿਲਦਾ। ਕਹਿੰਦਾ ਹੋਰ ਮਾਰੋ, ਹੋਰ ਮਾਰੋ। ਜਿਉਂ-ਜਿਉਂ ਸਿਰ 'ਚ ਜੁੱਤੀ ਪੈਂਦੀ ਹੈ, ਤਿਉਂ-ਤਿਉਂ ਬੰਨ ਖੁੱਲ੍ਹਦਾ ਹੈ ਅਤੇ ਸਕੂਨ ਮਿਲਦਾ ਹੈ। ਅਤੇ 21 ਦਿਨ ਜੁੱਤੀਆਂ ਖਾਂਦਾ ਖਾਂਦਾ ਆਖਰ ਮਰ ਜਾਂਦਾ ਹੈ। ਜਦੋਂ ਲਾਹੌਰ ਦੇ ਸਿੱਖ ਆ ਕੇ ਭਾਈ ਤਾਰੂ ਸਿੰਘ ਦੱਸਦੇ ਨੇ ਕਿ ਭਾਈ ਜੀ ਜ਼ਕਰੀਆ ਖਾਨ ਮਰ ਗਿਆ, ਕਿਉਂਕਿ ਭਾਈ ਜੀ ਨੇ ਬਚਨ ਕੀਤਾ ਸੀ ਵੀ ਤੂੰ ਜਿਸ ਸਿੱਖਾਂ ਅਤੇ ਗੁਰੂ ਦੀ ਗੱਲ ਕੀਤੀ ਹੈ, ਇਹ ਖਾਲਸਾ ਤੈਨੂੰ ਜੁੱਤੀ ਅੱਗੇ ਲੈ ਕੇ ਜਾਵਾਂਗੇ। ਜੁੱਤੀ ਅੱਗੇ ਲਾ ਕੇ ਜਦੋਂ ਮਰ ਜਾਂਦਾ ਹੈ, ਫਿਰ ਭਾਈ ਤਾਰੂ ਸਿੰਘ ਨੂੰ ਸੁਨੇਹਾ ਮਿਲਦਾ, ਭਾਈ ਜੀ ਜ਼ਕਰੀਆ ਖਾਨ ਤੇ ਮਰ ਗਿਆ, ਹੁਣ ਇਲਾਜ ਕਰੀਏ। ਕਹਿਣ ਲੱਗੇ ਨਹੀਂ, ਹੁਣ ਖਾਲਸਾ ਵੀ ਮਗਰੇ ਮਗਰ ਜਾਏਗਾ, ਉੱਥੇ ਵੀ ਜੁੱਤੀ ਲਾ ਕੇ ਰੱਖਾਂਗੇ। ਫਿਰ ਭਾਈ ਤਾਰੂ ਸਿੰਘ ਜੀ ਆਪ ਜਪਜੀ ਸਾਹਿਬ ਪਾਠ ਕਰਕੇ ਸਰੀਰ ਛੱਡ ਦਿੰਦੇ ਨੇ। ਕੌਣ ਕਹਿੰਦਾ ਮਰ ਜਾਂਦੇ ਨੇ? ਇਹ ਸਾਡੀ ਗਲਤ ਫਹਿਮੀ ਹੈ ਕਿ ਅਸੀਂ ਮਰਾਂਗੇ। ਅਸੀਂ ਮਰਾਂਗੇ ਤਾਂ ਹੀ ਜੇ ਰੋਗੀ ਰਹਾਂਗੇ, ਕਿਉਂਕਿ ਰੋਗੀ ਵਿਅਕਤੀ ਮਰਦਾ ਹੈ। ਇਹ ਗੱਲ ਸਾਨੂੰ ਸਮਝ ਆ ਜਾਏ। ਲੋਕ ਕਹਿੰਦੇ ਹਸਪਤਾਲ 'ਚ ਗਏ ਅਤੇ ਮਰ ਗਏ, ਕਿਉਂਕਿ ਰੋਗ ਬਹੁਤ ਜ਼ਿਆਦਾ ਸੀ। ਰੋਗ ਮਾਰਦਾ ਹੈ ਸਾਨੂੰ,
ਤੇ ਅਸਾਂ ਇੱਥੇ ਆ ਕੇ ਰੋਗ ਤੋਂ ਮੁਕਤ ਹੋਣਾ ਹੈ। ਤੇ ਰੋਗ ਤੋਂ ਪੂਰਨ ਤਰ੍ਹਾਂ ਮੁਕਤ ਹੈ ਮੇਰਾ ਸਤਿਗੁਰੂ। ਤੇ ਸਤਿਗੁਰੂ ਸਾਨੂੰ ਰੋਗ ਤੋਂ ਮੁਕਤ ਕਰਦੇ ਨੇ, ਸਾਡਾ ਇਲਾਜ ਸਤਿਗੁਰੂ ਦਿੰਦੇ ਨੇ। ਪੜ੍ਹਦੇ ਆ ਨਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਇਹ ਜਮ ਦਾ ਫਾਹੀ ਕੱਟ ਦਿੰਦਾ ਹੈ। ਜਮ ਦੀ ਫਾਹੀ ਕੱਟੀ ਗਈ ਤੇ ਸਾਡੀ ਸਮਝ ਲਓ ਮੌਤ ਕੱਟੀ ਗਈ। ਫਿਰ ਹੁਕਮ ਦੇ ਵਿੱਚ ਸਰੀਰ ਛੁੱਟੇਗਾ, ਅਸੀਂ ਆਪਣੇ ਗੁਰ ਕਰਤੇ ਦੀ ਸਮਾ ਜਾਵਾਂਗੇ। ਇਹੀ ਸਤਿਗੁਰ ਸਮਝਾਉਂਦੇ ਨੇ। ਜੇ ਹਉਮੈ ਅੰਦਰ ਬਰਕਰਾਰ ਰਹੀ, ਹਉਮੈ ਦਾ ਕੰਡਾ ਅੰਦਰ ਬਰਕਰਾਰ ਰਿਹਾ, ਮੈਂ ਕਰਦੇ ਰਹੇ, ਮੈਂ ਗਿਆਨੀ ਹਾਂ, ਮੈਂ ਬੜਾ ਵੱਡਾ ਕਥਾਵਾਚਕ ਹਾਂ, ਮੈਂ ਆ ਬਣ ਗਿਆ, ਮੈਂ ਆ ਬਣ ਗਿਆ, ਜਿਵੇਂ ਆਪਾਂ ਘਰਾਂ 'ਚ ਕਰਦੇ ਰਹਿੰਦੇ ਹਾਂ, ਅਤੇ ਨਤੀਜਨ ਯਕੀਨਨ ਮਰਾਂਗੇ। ਅਤੇ ਜੇ ਮਰ ਗਏ ਤਾਂ ਯਕੀਨਨ ਜਨਮਾਂਗੇ। ਅਤੇ ਅਸੀਂ ਤਾਂ ਕੀ ਕਹਿੰਦੇ ਹੁੰਦੇ ਆ, ਜਨਮ ਮਰਨ ਨਿਵਾਰ ਲਿਓ। ਸਾਡੇ 'ਚੋਂ ਜਦੋਂ ਕੋਈ ਜੀ ਸਰੀਰ ਕਰਕੇ ਚਲਾਣਾ ਕਰ ਜਾਂਦਾ ਹੈ, ਪਰਿਵਾਰਾਂ ਦੇ ਜੀ ਇਕੱਠੇ ਹੋ ਕੇ ਕਿ ਸੱਚੇ ਪਾਤਸ਼ਾਹ ਜਨਮ ਮਰਨ ਤੋਂ ਕੱਟ ਕੇ ਸਦੀਵ ਕਾਲੀ ਆਪਣੇ ਚਰਨਾਂ 'ਚ ਨਿਵਾਸ ਦੇ ਦਿਓ। ਅਸੀਂ ਵੀ ਤਾਂ ਇਹੀ ਲੱਭਦੇ ਮਹਾਰਾਜ, ਸਾਨੂੰ ਆਪਣੇ ਚਰਨਾਂ 'ਚ ਸਦੀਵ ਕਾਲੀ ਨਿਵਾਸ ਦਿਓ। ਜੇ ਹਉਮੈ ਵਿੱਚ ਰਹੇ ਤਾਂ ਮਰਾਂਗੇ। ਮਰ ਜੰਮੈ ਆਵੈ ਜਾਏ ਮਹਾਰਾਜ। ਫਿਰ ਇਲਾਜ ਕਹਿਣ ਲੱਗੇ ਸਤਿਗੁਰ, ਜਿਵੇਂ ਬਿਮਾਰ ਵਿਅਕਤੀ ਦਾ ਇਲਾਜ ਡਾਕਟਰ ਕਰੇਗਾ ਨਾ, ਅਸੀਂ ਬਿਮਾਰ ਹਾਂ, ਸਾਡਾ ਇਲਾਜ ਗੁਰੂਦੇਵ ਕਰਨਗੇ। ਅਤੇ ਗੁਰੂਦੇਵ ਕਿਹਨਾਂ ਨੂੰ ਮਿਲਦੇ ਨੇ? ਯਾਦ ਰੱਖਣਾ, ਸੰਸਾਰੀ ਡਾਕਟਰ ਕਿਹਨਾਂ ਨੂੰ ਮਿਲਦੇ? ਜਿਨ੍ਹਾਂ ਕੋਲ ਧਨ ਹੁੰਦਾ ਹੈ ਉਹ ਮਹਿੰਗੇ ਤੋਂ ਮਹਿੰਗੇ ਡਾਕਟਰ ਤੱਕ ਪਹੁੰਚ ਬਣਾ ਲੈਂਦੇ ਨੇ, ਅਤੇ ਜਿਨ੍ਹਾਂ ਕੋਲ ਚੰਗੇ ਕਰਮ ਹੁੰਦੇ ਨੇ ਉਹ ਸਤਿਗੁਰੂ ਤੱਕ ਪਹੁੰਚ ਜਾਂਦੇ ਨੇ। ਨਹੀਂ ਤਾਂ ਬਹੁਤ ਨੇ ਮੱਧ ਕਰਮੀ ਵਿਚਾਰੇ ਸੜਕਾਂ 'ਤੇ ਤੜਪ ਤੜਪ ਕੇ, ਹਸਪਤਾਲਾਂ ਤੜਪ ਤੜਪ ਕੇ ਮਰਦੇ ਨੇ ਦੇਖੇ ਨੇ। ਬੜੇ ਵੱਡੇ ਵੱਡੇ ਧਨਾੜ ਤੜਪ ਕੇ ਮਰਦੇ ਦੇਖੇ ਨੇ, ਇੱਕ ਇੱਕ ਘੁੱਟ ਪਾਣੀ ਵਾਸਤੇ ਰੋਂਦੇ ਦੇਖੇ ਨੇ, ਕਿਉਂਕਿ ਸਤਿਗੁਰੂ ਨਹੀਂ ਮਿਲੇ। ਹਉਮੈ ਬੜੀ ਵੱਡੀ ਸੀ, ਜਦੋਂ ਬਲ ਸੀ, ਪ੍ਰਬੰਧ ਸੀ, ਉਦੋਂ ਹਉਮੈ ਬੜੀ ਵੱਡੀ ਸੀ। ਹੁਣ ਪ੍ਰਬੰਧ ਟੁੱਟੇ ਅਤੇ ਹੁਣ ਹਉਮੈ ਤਾਂ ਟੁੱਟਦੀ ਨਹੀਂ, ਫਿਰ ਰੋਣਾ ਬਰਕਰਾਰ ਰਹਿੰਦਾ ਹੈ। ਮਹਾਰਾਜ ਕਹਿਣ ਲੱਗੇ, ਜਿਨ ਕੋ ਪੂਰਬ ਲਿਖਿਆ ਤਨ ਸਤਿਗੁਰ ਮਿਲਿਆ ਪ੍ਰਭ ਆਏ। ਜਿਨ੍ਹਾਂ ਦੇ ਕਰਮ ਚੰਗੇ ਹੁੰਦੇ ਨੇ, ਜਿਨ੍ਹਾਂ ਵਾਸਤੇ ਫੈਸਲਾ ਲਿਖਿਆ ਹੈ ਵੀ ਇਹਨਾਂ ਨੂੰ ਗੁਰੂ ਮਿਲੇ, ਜਿਵੇਂ ਕਿ ਡਾਕਟਰ ਮਿਲੇ, ਆਦੇਸ਼ ਕਦੇ ਕਦੇ ਸਰਕਾਰ ਤੋਂ ਲਿਖਦੇ ਨੇ ਫਲਾਣੇ ਬੰਦੇ ਨੂੰ ਮਿਲੋ ਜਾ ਕੇ, ਇਵੇਂ ਕਰਮ ਖੇਤਰ 'ਚ ਲਿਖਿਆ ਹੁੰਦਾ ਗੁਰੂ ਮਿਲੇ, ਗੁਰੂ ਕਾ ਮਿਲਾਪ। ਜਿਨ੍ਹਾਂ ਦੇ ਕਰਮਾਂ ਕਰਕੇ ਗੁਰੂ ਮਿਲਾਪ ਹੈ, ਉਹ ਹਉਮੈ ਦੇ ਰੋਗ ਤੋਂ ਬਚ ਜਾਂਦੇ ਨੇ। ਅਤੇ ਜੋ ਹਉਮੈ ਦੇ ਰੋਗ ਤੋਂ ਬਚ ਜਾਂਦੇ ਨੇ ਉਹ ਮਰਨ ਤੋਂ ਬਚ ਜਾਂਦੇ ਨੇ। ਸਰੀਰ ਛੁੱਟਦੇ ਨੇ ਪਰ ਮਰਦੇ ਨਹੀਂ। ਬੜੇ ਪਿਆਰ ਨਾਲ ਨਾਨਕ ਗੁਰ ਪ੍ਰਸਾਦੀ ਉਬਰੇ, ਆਪਣਾ ਨਾਂ ਲੈਂਦੇ ਨੇ। ਮਹਾਰਾਜ ਕਹਿੰਦੇ ਭਾਈ ਅਸੀਂ ਬੱਚੇ ਮਤਲਬ ਗੁਰਮੁਖ ਬੱਚੇ। ਕਿੱਦਾਂ ਬੱਚੇ? ਗੁਰੂ ਦੀ ਕਿਰਪਾ ਦੇ ਸਦਕੇ। ਇਸ ਕਰਕੇ ਪਿਆਰਿਓ, ਬਸ ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ। ਬਾਕੀ ਦੁਨੀਆ ਦੀ ਚੀਜ਼ਾਂ ਆਉਂਦੀਆਂ ਅਤੇ ਜਾਂਦੀਆਂ ਨੇ, ਇਹ ਆਉ ਅਤੇ ਸੰਸਾਰ ਦੇ ਤਾਕਤਾਂ ਮਿਲਦੀਆਂ ਅਤੇ ਰਹਿੰਦੀਆਂ ਨੇ। ਜੇ ਇੱਥੇ ਦੁਨੀਆ ਦੇ ਵਿੱਚ ਸਿਕੰਦਰ ਨਹੀਂ ਰਹੇ ਅਤੇ ਕਿਸੇ ਨੇ ਵੀ ਨਹੀਂ ਰਹਿਣਾ। ਜਿੱਥੇ ਦੁਨੀਆ ਦੇ ਮੰਦਹਾਤਾ ਨਹੀਂ ਰਹੇ, ਸੋਨੇ ਦੇ ਘਰਾਂ 'ਚ ਰਹਿਣੇ, ਰਾਵਣ ਨਹੀਂ ਰਹੇ ਅਤੇ ਕਿਸੇ ਵੀ ਨਹੀਂ ਰਹਿਣਾ। ਪਰ ਜਿਨ੍ਹਾਂ ਦੇ ਨਾਮ 'ਚ ਹਿਰਦੇ 'ਚ ਪਿਆਰ ਵਸ ਗਿਆ, ਉਹ ਸਦਾ ਵਾਸਤੇ ਵਸੇ ਰਹਿੰਦੇ ਨੇ। ਨਾਨਕ ਗੁਰ ਪ੍ਰਸਾਦੀ ਉਬਰੇ। ਪਤਾ ਕਿਉਂ? ਗੁਰੂ ਕੀ ਕਰਦੇ ਨੇ? ਹਉਮੈ ਸ਼ਬਦ ਜਲਾਏ। ਸਾਡੇ ਹਿਰਦੇ ਦੀ ਹਉਮੈ ਨੂੰ ਆਪਣੇ ਸ਼ਬਦ ਦੀ ਬ੍ਰਹਮ ਅਗਨੀ ਦੇ ਸਦਕੇ ਸਾੜ ਦਿੰਦੇ ਨੇ। ਬੇਨਤੀ ਕਰਿਆ ਕਰੀਏ, ਜਿਵੇਂ ਆ ਕੀਮਾ ਕਰਨ ਵਾਲੇ ਸਾਡੇ ਕੈਂਸਰ ਨੂੰ ਸਾੜ ਦਿੰਦੇ ਨੇ ਨਾ, ਲੇਜ਼ਰ ਦੇ ਨਾਲ, ਆਪਣੇ ਤਰੰਗਾਂ ਦੇ ਨਾਲ। ਕਿਤੇ ਗੁਰੂ ਦੇ ਅੱਗੇ ਬੈਠੀਏ ਅਤੇ ਸਹੀ, ਗੁਰੂ ਵੀ ਆਪਣੇ ਪ੍ਰੇਮ ਦ੍ਰਿਸ਼ਟੀ ਦੇ ਨਾਲ, ਜਿਹਨੂੰ ਨਦਰ ਕਹਿੰਦੇ ਆ, ਇਹਦੇ ਸਦਕੇ ਸਾਡੇ ਹਉਮੈ ਨੂੰ ਸਾੜ ਦਿੰਦੇ ਨੇ। ਆਪਣੇ ਆਪ ਨੂੰ ਸਨਮੁਖ 'ਤੇ ਕਰਕੇ ਰੱਖੀਏ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਨਾਲ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।